ਸਤਿ ਸ਼੍ਰੀ ਅਕਾਲ ਜੀ। ਮੈਂ ਜਸਪ੍ਰੀਤ ਸਿੰਘ ਪੰਜਾਬ ਅਕੈਡਮੀ ਆਨਲਾਈਨ ਦੇ ਵਿੱਚੋਂ ਅਗਲੀ ਅੱਜ ਜਿਹੜੀ ਆਪਣੀ ਵੀਡੀਓ ਹੈਗੀ ਜੀ, ਜਿਹੜਾ ਪਹਿਲਾ ਸੈਸ਼ਨ ਰਿਹਾ ਸੀ ਹਿਸਟਰੀ ਕਲਾਸ 1 ਦਾ ਰਿਹਾ ਸੀਗਾ, ਜਿਹਦੇ ਵਿੱਚ ਆਪਾਂ ਮੈਡੀਏਵਲ ਹਿਸਟਰੀ ਦੇ ਵਿੱਚ ਕਿਹੜਾ ਇੰਡੀਆ ਦੇ ਵਿੱਚ ਕਦੋਂ ਕਿਸ ਬੰਦੇ ਨੇ ਹਮਲਾ ਕੀਤਾ ਸੀਗਾ ਉਹ ਦੇਖਿਆ ਸੀਗਾ। ਤੇ ਅੱਜ ਜਿਹੜੀ ਹੈਗੀ ਆ ਉਹਦਾ ਸੈਕਿੰਡ ਕਲਾਸ ਜਿਹੜੀ ਲੈ ਕੇ ਆਏ ਆ। ਤਾਂ ਪੂਰੀ ਪਹਿਲਾਂ ਤਾਂ ਤੁਹਾਨੂੰ ਰਿਕੁਐਸਟ ਹੈ ਕਿ ਜਿਹੜਾ ਸੈਸ਼ਨ ਹੈ, ਜਿਹੜੀ ਆਪਣੀ ਵੀਡੀਓ ਹੈ, ਜਿਹੜਾ ਆਪਣਾ ਚੈਨਲ ਹੈ, ਸਭ ਤੋਂ ਵੱਧ ਸ਼ੇਅਰ ਕਰੋ, ਉਹਨੂੰ ਸਬਸਕ੍ਰਾਈਬ ਕਰੋ। ਜੇਕਰ ਤੁਹਾਨੂੰ ਕੋਈ ਲੈਂਗੁਏਜ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ, ਤਾਂ ਅਸੀਂ ਉਹਦੇ ਵਿੱਚ ਜਿਹੜੀ ਹੈਗੀ ਹੈ ਹੋਰ ਵੀ ਅਸੀਂ ਉਹਨਾਂ ਦੇ ਵਿੱਚ ਚੇਂਜਿੰਗ ਕਰ ਸਕੀਏ। ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਵੀ ਜਿਵੇਂ ਪੰਜਾਬੀ ਦੇ ਵਿੱਚ ਸੈਸ਼ਨ ਲੈ ਕੇ ਆਏ ਆ, ਜੇ ਨਾਲ ਕੋਈ ਇੰਗਲਿਸ਼ ਦੇ ਵਿੱਚ ਕੋਈ ਵੀ ਕੈਂਡੀਡੇਟ ਪੜ੍ਹਨਾ ਚਾਹੁੰਦਾ ਹੈ ਤਾਂ ਸਾਨੂੰ ਪਲੀਜ਼ ਰਿਕੁਐਸਟ ਹੈ ਕਿ ਕਮੈਂਟ ਕਰ ਦਿੱਤਾ ਜਾਵੇ, ਤਾਂ ਜੋ ਅਸੀਂ ਵਾਈ ਲੈਂਗੁਏਜ ਤੁਹਾਨੂੰ ਪ੍ਰੋਵਾਈਡ ਕਰ ਦਿੱਤਾ ਜਾਵੇ। ਸਾਨੂੰ ਇੱਦਾਂ ਵੀ ਪੰਜਾਬੀ ਦੇ ਵਿੱਚ ਵਧੀਆ ਸਮਝ ਆ ਰਿਹਾ, ਅਤੇ ਤਾਂ ਕਰਕੇ ਅਸੀਂ ਸਾਰਾ ਸੈਸ਼ਨ ਪੰਜਾਬੀ ਦੇ ਵਿੱਚ ਲੈ ਕੇ ਆਉਂਦੇ ਹਾਂ। ਅਤੇ ਨਾਲ ਕੀ ਹੈ, ਫਿਰ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਤੁਹਾਨੂੰ ਇਨਕਲੂਡ ਕਰ ਦਿੱਤਾ ਜਾਊਗਾ। ਚਲੋ ਜੀ, ਵਧਦੇ ਹਾਂ ਆਪਾਂ ਆਪਣੇ ਸੈਸ਼ਨ ਵੱਲ। ਸਭ ਤੋਂ ਆਪਾਂ ਪਹਿਲਾਂ ਕੀਤਾ ਸੀਗਾ ਕਿ ਆਪਾਂ ਜਿਹੜਾ ਬੰਦਾ ਦੇਖਿਆ ਸੀਗਾ, ਜਿਹੜਾ ਮੁਸਲਮਾਨ ਪਹਿਲਾਂ ਆਇਆ ਸੀਗਾ, ਉਹ ਕਿਹੜਾ ਸੀ, ਉਸ ਤੋਂ ਬਾਅਦ ਹੋਰ ਕਿਹੜਾ ਆਇਆ, ਠੀਕ ਹੈ ਜੀ। ਉਸ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਆਪਾਂ ਦੇਖੀਆਂ ਸੀ ਵੀ ਗਜ਼ਨਵੀ ਦੀ ਮੌਤ ਤੋਂ ਬਾਅਦ ਕਦੋਂ ਹੁੰਦੀ ਹੈ, 1030 AD ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਕੌਣ ਆਉਂਦਾ ਜੀ, ਤਾਂ ਉਸ ਤੋਂ ਬਾਅਦ ਆਉਂਦਾ ਜੀ ਸ਼ਾਹਉਦੀਨ ਮੁਹੰਮਦ ਗੌਰੀ। ਠੀਕ ਹੈ ਜੀ, ਸ਼ਾਹਉਦੀਨ ਮੁਹੰਮਦ ਗੌਰੀ ਕੌਣ ਹੁੰਦਾ ਜੀ? ਸ਼ਾਹਉਦੀਨ ਮੁਹੰਮਦ ਗੌਰੀ ਭਰਾ ਹੁੰਦਾ ਜੀ ਗਜ਼ਨੀ ਦਾ ਭਰਾ ਹੁੰਦਾ ਹੈਗਾ, ਜਿਹੜਾ ਕੀ ਕਰਦਾ ਹੈ, ਗਜ਼ਨੀ ਦੀ ਮੌਤ ਤੋਂ ਬਾਅਦ ਕੀ ਕਰਦਾ, ਉਹ ਆਪਣੀ ਉਪਾਧੀ ਸੰਭਾਲਦਾ ਜੀ। ਠੀਕ ਹੈ ਜੀ, ਇੰਨਾ ਜ਼ਰੂਰ ਯਾਦ ਰੱਖਿਓ। ਜਿਹਦਾ ਪੂਰਾ ਨਾਮ ਕੀ ਸੀਗਾ? ਸ਼ਾਹਉਦੀਨ ਮੁਹੰਮਦ ਗੌਰੀ ਸੀਗਾ। 1173 AD ਦੇ ਵਿੱਚ ਕੀ ਬਣਦਾ ਜੀ? ਸ਼ਾਸਕ ਬਣਦਾ, ਰਾਜਾ ਬਣਦਾ। ਅਤੇ 1175 AD ਜਾਂ ਈਸਵੀ ਦੇ ਵਿੱਚ ਖੈਬਰ ਅਤੇ ਗੁਮਾਲ ਪਾਸ ਦੇ ਥਰੂ ਕੀ ਕਰਦਾ ਜੀ? ਮੁਲਤਾਨ ਦੇ ਵਿੱਚ ਆਉਂਦਾ ਜਾਂ ਭਾਰਤ ਦੇ ਵਿੱਚ ਆਉਂਦਾ। ਠੀਕ ਹੈ ਨਾ, ਤਾਂ ਜ਼ਰੂਰ ਯਾਦ ਰੱਖਿਓ ਇਹ ਡੇਟ, ਇਹ ਈਅਰ, ਕਿ 1175 ਦੇ ਵਿੱਚ ਖੈਬਰ ਅਤੇ ਗੁਮਾਲ ਪਾਸ ਦੇ ਥਰੂ ਕੀ ਕਰਦਾ ਜੀ? ਭਾਰਤ ਦੇ ਵਿੱਚ, ਮੁਲਤਾਨ ਦੇ ਵਿੱਚ ਜਿਹੜਾ ਹੈਗਾ ਗੌਰੀ ਇੰਡੀਆ ਦੇ ਵਿੱਚ ਆਉਂਦਾ ਜੀ। ਤਾਂ ਉਸ ਤੋਂ ਬਾਅਦ ਕੀ ਹੈ ਜੀ? ਸ਼ਾਹਉਦੀਨ ਗੌਰੀ ਦੇ ਭਾਰਤ ਆਉਣ ਦੇ ਕਾਰਨ ਕੀ ਸੀ? ਕਿਹੜੇ ਕਾਰਨ ਸੀਗੇ ਜਿਹੜਾ ਉਹਨਾਂ ਨੇ ਭਾਰਤ ਦੇ ਵਿੱਚ ਆਇਆ ਜਾਂ ਇੰਡੀਆ ਦੇ ਵਿੱਚ ਆਇਆ? ਤਾਂ ਉਹਦੇ ਕਾਰਨ ਦੇਖੋ ਸੇਮ ਹੀ ਸੀਗੇ, ਪਹਿਲਾਂ ਵੀ ਦੇਖਿਆ ਸੀਗਾ ਕਿ ਧਰਮ ਦਾ ਪ੍ਰਚਾਰ ਕਰਦੇ ਸੀਗੇ। ਇਹਦਾ ਇੱਕ ਮਕਸਦ ਨਵਾਂ ਸੀਗਾ, ਕਹਿੰਦਾ ਸਾਮਰਾਜਵਾਦੀ ਅਤੇ ਆਪਣੇ ਰਾਜ ਨੂੰ ਵਿਸਤਾਰ ਕਰਨਾ। ਮਤਲਬ ਕਿ ਆਪਣਾ ਰਾਜ ਜਿਹੜਾ ਹੈਗਾ ਸੀਗਾ ਪੂਰੇ ਭਾਰਤ ਦੇ ਵਿੱਚ ਦੇਖਣਾ ਚਾਹੁੰਦੇ ਸੀਗੇ ਗੌਰੀ ਵਰਗੇ। ਇਹ ਇੱਕ ਤੁਰਕੀ ਬੰਦਾ ਸੀਗਾ, ਜੋ ਤੁਰਕੀ ਸੀਗਾ। ਦੇਖੋ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ ਇਸਲਾਮਿਕ ਧਰਮ। ਪਹਿਲਾ ਸੀਗਾ ਅਰਬ ਵਾਲਾ ਜਿਹੜਾ ਆਇਆ ਸੀ, ਇੱਕ ਬੰਦਾ ਹੀ ਆਇਆ ਸੀ। ਉਸ ਤੋਂ ਬਾਅਦ ਉਹ ਕੋਈ ਵੀ ਅਰਬ ਦਾ ਬੰਦਾ ਕੋਈ ਇੰਡੀਆ ਦੇ ਵਿੱਚ ਨਹੀਂ ਆਇਆ। ਤਾਂ ਹੁਣ ਜਿੰਨਾ ਵੀ ਆਪਾਂ ਚਲਾ ਰਹੇ ਹਾਂ, ਤੁਰਕ ਹੀ ਚਲਾ ਰਹੇ ਹਾਂ। ਤੁਰਕ ਦੇ ਬੰਦੇ ਜਿਹੜੇ, ਤੁਰਕ ਦੇ ਇਲਾਕੇ ਦੇ ਲੋਕ ਜਿਹੜੇ ਹੈਗੇ ਆ, ਉਹੀ ਇੰਡੀਆ ਦੇ ਵਿੱਚ ਆ ਰਹੇ ਆ। ਠੀਕ ਹੈ ਨਾ। ਤਾਂ ਸ਼ਾਹਉਦੀਨ ਗੌਰੀ ਦੇ ਭਾਰਤ ਉੱਪਰ ਕਿਹੜੇ ਹਮਲੇ ਕੀਤੇ ਸੀਗੇ, ਤਾਂ ਉਹ ਦੇਖਦੇ ਹਾਂ। ਇੱਕ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਗੌਰੀ ਨੇ ਭਾਰਤ ਉੱਪਰ ਕਿਹੜੇ ਹਮਲੇ ਕੀਤੇ ਸੀਗੇ, ਉਹ ਸਾਰੇ ਅੱਜ ਇਹਦੇ ਵਿੱਚ ਡਿਸਕਸ ਕਰਾਂਗੇ। ਤਾਂ ਸ਼ਾਹਉਦੀਨ ਗੌਰੀ ਦਾ ਜਿਹੜਾ ਪਹਿਲਾ ਹਮਲਾ ਕੀਤਾ ਗਿਆ ਸੀਗਾ, ਉਹ 1175 ਦੇ ਵਿੱਚ ਮੁਲਤਾਨ ਦੇ ਉੱਪਰ ਕੀਤਾ ਗਿਆ ਸੀਗਾ। ਜਦੋਂ ਤੁਹਾਨੂੰ ਮੈਂ ਦੱਸਿਆ ਕਿ ਮੈਂ ਤੁਹਾਨੂੰ ਪਿਛਲੀ ਕਲਾਸ ਦੇ ਪਿਛਲੇ ਪੁਆਇੰਟ ਦੇ ਵਿੱਚ ਆਪਾਂ ਡਿਸਕਸ ਕਰਕੇ ਗਏ ਹਾਂ ਕਿ 1175 ਦੇ ਵਿੱਚ ਖੈਬਰ ਅਤੇ ਗੁਮਾਲ ਪਾਸ ਦੇ ਵਿੱਚ ਮੁਲਤਾਨ ਆਉਂਦਾ ਹੈਗਾ। ਤਾਂ ਪਹਿਲਾ ਹਮਲਾ ਕਿਹਦੇ ਉੱਤੇ ਹੁੰਦਾ ਜੀ? ਇਹਦਾ ਮੁਲਤਾਨ ਦੇ ਉੱਪਰ ਹੁੰਦਾ ਹੈਗਾ। ਤਾਂ ਜਿਹੜਾ ਜ਼ਰੂਰ ਯਾਦ ਰੱਖਿਓ ਕਿ 1175 ਦੇ ਵਿੱਚ ਜਿਹੜਾ ਹੈਗਾ ਪਹਿਲਾ ਹਮਲਾ ਗੌਰੀ ਜਿਹੜਾ ਕਰਦਾ ਹੈਗਾ, ਉਹ ਕਿੱਥੇ ਕਰਦਾ ਜੀ? ਮੁਲਤਾਨ ਦੇ ਉੱਪਰ ਕਰਦਾ ਹੈਗਾ। ਤਾਂ ਉਸ ਤੋਂ ਬਾਅਦ ਨੈਕਸਟ ਦੇਖੋ ਜੀ, ਦੂਜਾ ਹਮਲਾ ਜਿਹੜਾ ਹੈਗਾ ਜੀ, ਦੂਜਾ ਹਮਲਾ 1178 ਈਸਵੀ ਦੇ ਵਿੱਚ ਗੁਜਰਾਤ ਦੇ ਉੱਪਰ ਕਰਦਾ ਜੀ। ਇਹ ਜ਼ਰੂਰ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ ਕਿ 1178 ਦੇ ਵਿੱਚ ਗੁਜਰਾਤ ਦੇ ਉੱਪਰ ਦੂਸਰਾ ਹਮਲਾ ਕੀਤਾ ਜਾਂਦਾ। ਕਿਹਦੇ ਦੁਆਰਾ? ਗੌਰੀ ਦੁਆਰਾ। ਉਸ ਸਮੇਂ ਕੀ ਸੀਗਾ? ਚਾਲਕੀਏ ਰਾਜਾ ਭੀਮ ਦਾ ਰਾਜ ਹੁੰਦਾ ਸੀਗਾ। ਇਹਨਾਂ ਦੀ ਮਾਤਾ ਜਿਹੜਾ ਹੈਗਾ ਨਾਇਕਾ ਦੇਵੀ, ਇਹਨਾਂ ਦੀ ਮਾਤਾ ਦਾ ਨਾਮ ਸੀਗਾ ਰਾਜਾ ਭੀਮ ਸੀਗਾ, ਜਿਹੜਾ ਉਹਨਾਂ ਦੀ ਮਾਤਾ ਸ਼ਾਸਨ ਚਲਾਉਂਦੀ ਸੀ। ਤਾਂ ਉਹਨੂੰ ਜਿਹੜਾ ਦੂਸਰਾ ਹਮਲਾ ਜਿਹੜਾ ਗੁਜਰਾਤ ਦੇ ਉੱਪਰ 1178 AD ਦੇ ਵਿੱਚ ਗੌਰੀ ਦੁਆਰਾ ਕੀਤਾ ਜਾਂਦਾ। ਉਸ ਤੋਂ ਬਾਅਦ ਨੈਕਸਟ ਜਿਹੜਾ ਹਮਲਾ ਸੀਗਾ ਜੀ, ਤਾਂ ਉਹ ਦੇਖੋ ਕਿ 1191 ਤਹਿਰੀਨ ਦੀ ਪਹਿਲੀ ਲੜਾਈ, 1192 ਤਹਿਰੀਨ ਦੀ ਦੂਜੀ ਲੜਾਈ ਅਤੇ 1194 ਜਿਹੜੀ ਜੈ ਚੰਦ ਨੇ ਲੜਿਆ ਸੀ ਕਨੌਜ, ਸ਼ਦਾਵਰ ਦੀ, ਇੱਥੇ ਸ਼ਦਾਵਰ ਦੀ ਲਿਖ ਲਿਓ ਜੀ, ਸ਼ਦਾਵਰ ਦੀ ਲੜਾਈ। ਠੀਕ ਹੈ ਜੀ, ਇੱਥੇ ਮੈਂ ਲਿਖ ਦਿੰਦਾ ਹੈਗਾ ਸ਼ਦਾਵਰ। 1194 ਦੇ ਵਿੱਚ ਜਿਹੜੀ ਹੋਈ ਸੀਗੀ ਸ਼ਦਾਵਰ।
ਠੀਕ ਹੈ ਜੀ, ਛਿੰਦਾਵਰ ਦੀ ਲੜਾਈ। ਤਾਂ ਪਹਿਲੀ ਲੜਾਈ ਕਿਹਦੇ ਦੁਆਰਾ ਹੋਈ ਸੀ? ਤਹਿਰੀਨ ਦੀ ਫਸਟ ਪਹਿਲੀ ਲੜਾਈ ਜਿਹੜੀ ਹੋਈ ਸੀ 1191 ਈਸਵੀ ਦੇ ਵਿੱਚ ਹੋਈ ਸੀ, ਜੋ ਕਿ ਪ੍ਰਿਥਵੀ ਰਾਜ ਚੌਹਾਨ ਦੇ ਨਾਲ ਲੜੀ ਜਾਂਦੀ ਹੈ, ਜੋ ਕਿ ਪ੍ਰਿਥਵੀ ਰਾਜ ਚੌਹਾਨ ਦੇ ਨਾਲ ਲੜੀ ਜਾਂਦੀ ਹੈ। ਤਾਂ ਜ਼ਰੂਰ ਯਾਦ ਰੱਖਿਓ, ਪਹਿਲੀ ਲੜਾਈ ਕਿਹਦੇ ਨਾਲ ਲੜੀ ਜਾਂਦੀ ਹੈ? ਪ੍ਰਿਥਵੀ ਰਾਜ ਚੌਹਾਨ ਨਾਲ। ਪਹਿਲੀ ਲੜਾਈ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਜਿੱਤ ਜਾਂਦਾ ਜੀ। ਪਹਿਲੀ ਲੜਾਈ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਕੀ ਹੋ ਜਾਂਦਾ ਗਾ? ਜਿੱਤ ਜਾਂਦਾ। ਤਾਂ ਜ਼ਰੂਰ ਯਾਦ ਰੱਖਿਓ ਕਿ ਪਹਿਲੀ ਲੜਾਈ ਦੇ ਵਿੱਚ ਕੀ ਹੈ? ਗੌਰੀ ਕੀ ਹੋ ਜਾਂਦਾ ਜੀ? ਗੌਰੀ ਦੀ ਹਾਰ ਹੋ ਜਾਂਦੀ ਹੈ, ਤੇ ਪਹਿਲੀ ਲੜਾਈ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਜਿਹੜਾ ਹੈਗਾ ਪਹਿਲੀ ਲੜਾਈ ਨੂੰ ਜਿੱਤ ਜਾਂਦਾ। ਦੂਸਰੀ ਲੜਾਈ ਫਿਰ ਹੁੰਦੀ ਹੈ ਸੀ 1192 ਦੇ ਵਿੱਚ, ਤਹਿਰੀਨ ਦੀ ਦੂਜੀ ਲੜਾਈ ਹੁੰਦੀ ਹੈ। ਠੀਕ ਹੈ ਜੀ, ਦੂਜੀ ਲੜਾਈ ਦੇ ਵਿੱਚ ਕੀ ਹੁੰਦਾ ਗਾ? ਪ੍ਰਿਥਵੀ ਰਾਜ ਚੌਹਾਨ ਹਾਰ ਜਾਂਦਾ ਜੀ। ਪ੍ਰਿਥਵੀ ਰਾਜ ਚੌਹਾਨ ਹਾਰ ਜਾਂਦਾ ਤੇ ਗੌਰੀ ਜਿੱਤ ਜਾਂਦਾ। ਤੇ ਗੌਰੀ ਕੀ ਕਰਦਾ? ਇਹਨੂੰ ਬੰਦੀ ਬਣਾ ਕੇ ਨਾਲ ਲੈ ਜਾਂਦਾ ਜੀ। ਠੀਕ ਹੈ, ਬਹੁਤ ਬੁਰਾ ਵਹਾਵ ਕਰਦਾ ਇਹਦੇ ਨਾਲ, ਇਹਦੀਆਂ ਅੱਖਾਂ ਨੋਚ ਲੈਂਦਾ ਜੀ। ਠੀਕ ਹੈ, ਇਹਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਤੇ ਆਖਰ ਦੇ ਵਿੱਚ ਉਹ ਡੈਥ ਹੋ ਜਾਂਦੀ ਹੈ। ਇਹ ਕਾਫੀ ਦੇਖੋ ਰਾਈਟਰ ਦੱਸਦੇ ਆ ਕਿ ਇਹਨਾਂ ਦੀ ਡੈਥ ਜਿਹੜੀ ਹੈਗੀ ਹੈ ਪ੍ਰਿਥਵੀ ਰਾਜ ਚੌਹਾਨ ਦੁਆਰਾ ਹੀ ਕੀਤੀ ਗਈ ਸੀਗੀ। ਠੀਕ ਹੈ ਜੀ, ਤੇ ਕਾਫੀ ਕਹਿੰਦੇ ਆ ਵੀ ਇਹਨਾਂ ਦੀ ਜਿਹੜੀ ਹੈਗੀ ਆ ਪਾਕਿਸਤਾਨ ਦੇ ਨੇੜੇ ਕੁਝ ਖਖੋਰ ਜਿਹੜੇ ਬੰਦੇ ਸੀ ਉਹਨਾਂ ਦੁਆਰਾ ਇਹਦੀ ਹੱਤਿਆ ਕਰ ਦਿੱਤੀ ਗਈ ਸੀ। ਚਲੋ ਅੱਗੇ ਦੇਖਾਂਗੇ ਉਹ ਸੈਸ਼ਨ ਦੇ ਦੌਰਾਨ ਕਿਹੜੇ ਕਿਹੜੇ ਪੁਆਇੰਟ ਜਿਹੜੇ ਡਿਸਕਸ ਕਰਾਂਗੇ। ਤਾਂ ਜ਼ਰੂਰ ਯਾਦ ਰੱਖਿਓ ਕਿ ਗੌਰੀ ਜਿਹੜਾ ਹੈਗਾ 1192 ਦੇ ਵਿੱਚ ਜਿੱਤ ਜਾਂਦਾ ਤੇ 1191 ਵਾਲੀ ਲੜਾਈ ਪ੍ਰਿਥਵੀ ਰਾਜ ਚੌਹਾਨ ਨੂੰ ਹਾਰ ਜਾਂਦਾ ਹੈ, ਤੇ 1192 ਦੀ ਲੜਾਈ ਜਿਹੜੀ ਹੈਗੀ ਹੈ ਜੀ ਪ੍ਰਿਥਵੀ ਰਾਜ ਚੌਹਾਨ ਨੂੰ ਆਪ ਹਰਾ ਦਿੰਦਾ ਗੌਰੀ ਜੀ। ਉਸ ਤੋਂ ਬਾਅਦ ਆਉਂਦੀ ਹੈ ਜੀ ਛਿੰਦਾਵਰ ਦੀ ਲੜਾਈ। ਛਿੰਦਾਵਰ ਦੀ ਲੜਾਈ 1194 ਈਸਵੀ ਦੇ ਵਿੱਚ ਹੋਈ ਸੀ, ਜਿਹੜਾ ਰਾਜਾ ਜੈ ਚੰਦ ਨਾਲ ਹੋਈ ਸੀ। ਰਾਜਾ ਜੈ ਚੰਦ ਕੀ ਸੀਗਾ? ਕਨੌਜ ਦਾ ਰਾਜਾ ਸੀਗਾ, ਜਿਹਦੇ ਵਿੱਚ ਰਾਜਾ ਜੈ ਚੰਦ ਹਾਰ ਗਿਆ ਸੀਗਾ ਤੇ ਗੌਰੀ ਜਿੱਤ ਗਿਆ ਸੀਗਾ। ਤੇ ਮੋਸਟ ਇੰਪੋਰਟੈਂਟ ਹੈ ਜੀ ਇਹ ਤਿੰਨੇ ਲੜਾਈਆਂ ਜਿਹੜੀਆਂ ਹੈਗੀਆਂ ਨੇ, ਇਹ ਤਿੰਨੇ ਜਿਹੜੀਆਂ ਲੜਾਈਆਂ ਨੇ ਤਾਂ ਜ਼ਰੂਰ ਯਾਦ ਰੱਖਿਓ, ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੁੰਦੀਆਂ ਨੇ ਜੀ। ਤਾਂ ਉਸ ਤੋਂ ਬਾਅਦ ਅਗਲਾ ਦੇਖਦੇ ਹਾਂ ਜੀ 15 ਮਾਰਚ 1226 ਨੂੰ ਗੌਰੀ ਦੀ ਹੱਤਿਆ ਹੋ ਜਾਂਦੀ ਹੈ। ਖਖੋਰ ਸਰਦਾਰਾਂ ਦੁਆਰਾ ਇਹਨਾਂ ਦੀ ਹੱਤਿਆ ਕਰ ਦਿੱਤੀ ਹੈ। ਪਾਕਿਸਤਾਨ ਵੱਲ ਜਾ ਰਹੇ ਹੁੰਦੇ ਆ ਇੰਡੀਆ ਦੇ ਵਿੱਚੋਂ। ਠੀਕ ਹੈ, 15 ਮਾਰਚ 1206 ਨੂੰ ਕੀ ਕਰ ਦਿੰਦੇ ਆ? ਮੁਹੰਮਦ ਗੌਰੀ ਦੀ ਖਖੋਰ ਸਰਦਾਰਾਂ ਦੁਆਰਾ ਹੱਤਿਆ ਕਰ ਦਿੱਤੀ ਜਾਂਦੀ ਆ। ਤਾਂ ਇਹ ਜਦੋਂ ਹੱਤਿਆ ਕਰ ਦਿੱਤੀ ਜਾਂਦੀ ਹੈ ਤਾਂ ਇਹ ਗੌਰੀ ਦੇ ਜਿਹੜੇ 4 ਮੁੱਖ ਗੁਲਾਮ ਹੁੰਦੇ ਆ ਜੀ, ਉਹ ਗੁਲਾਮ ਕਿਹੜੇ ਕਿਹੜੇ ਆਪਣੇ ਵਾਸਤੇ ਬਹੁਤ ਇੰਪੋਰਟੈਂਟ ਨੇ। ਤਾਂ 4 ਗੁਲਾਮ ਹੁੰਦੇ ਆ, 4 ਗੁਲਾਮ ਜਿਹੜੇ ਹੈਗੇ ਨੇ ਕਿਹੜੇ ਕਿਹੜੇ ਨੇ ਉਹ ਜ਼ਰੂਰ ਲਿਖਿਓ, ਕਿਉਂਕਿ ਆਪਣੇ ਵਾਸਤੇ ਬਹੁਤ ਹੀ ਇੰਪੋਰਟੈਂਟ ਨੇ। ਠੀਕ ਹੈ ਜੀ, ਲਿਖੋ ਜੀ ਪਹਿਲਾ ਕਿਹੜਾ ਸੀਗਾ? ਕਿ ਪਹਿਲਾ ਸੀਗਾ ਕੁਤਬਦੀਨ ਐਬਕ, ਜਿਹੜਾ ਅੱਗੇ ਜਿਹੜਾ ਹੈਗਾ ਸ਼ਾਸਕ ਚਲਾਊਗਾ, ਤਾਂ ਬਹੁਤ ਇੰਪੋਰਟੈਂਟ ਆਪਣੇ ਵਾਸਤੇ ਕੁਤਬਦੀਨ ਐਬਕ। ਕੁਤਬਦੀਨ ਐਬਕ ਨੂੰ ਕਿਹੜਾ ਕਿਹੜਾ ਇਲਾਕਾ ਦਿੱਤਾ ਹੋਇਆ ਸੀਗਾ? ਲਾਹੌਰ ਅਤੇ ਦਿੱਲੀ ਦਾ ਇਲਾਕਾ ਜਿਹੜਾ ਹੈਗਾ ਸੀਗਾ ਕੁਤਬਦੀਨ ਦੇ ਅੰਡਰ ਆਉਂਦਾ ਸੀਗਾ ਜੀ। ਉਸ ਤੋਂ ਬਾਅਦ ਸੀਗਾ ਜਲਦੌਜ। ਜਲਦੌਜ ਨੂੰ ਗਜ਼ਨਵੀ ਵਾਲਾ ਇਲਾਕਾ ਜਿਹੜਾ ਹੈਗਾ, ਜਿੱਥੇ ਗਜ਼ਨਵੀ ਆਪ ਸਮਰਾਜ ਨੂੰ ਸਥਾਪਿਤ ਕੀਤਾ ਗਿਆ ਸੀਗਾ, ਉੱਥੋਂ ਵਾਲਾ ਇਲਾਕਾ ਜਿਹੜਾ ਹੈਗਾ ਜਲਦੌਜ ਨੂੰ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਜਿਹੜਾ ਇੱਥੇ ਐਡ ਕਰ ਲਿਓ, ਇੱਥੇ ਜਿਹੜਾ ਹੈਗਾ ਮੈਂਸ਼ਨ ਕਰਨਾ ਨਹੀਂ ਹੈਗਾ PDF ਦੇ ਵਿੱਚ, ਤਾਂ ਇੱਥੇ ਲਿਖਿਓ ਜੀ ਕਵਾਚੂ। ਕੁਬਾਚੂ, ਕਵਾਚੋ। ਇੱਕ ਕਵਾਚੂ ਸੀ ਜਿਹਨੂੰ ਕੁੰਡ ਤੇ ਸਿੰਧ ਦਾ ਇਲਾਕਾ ਦਿੱਤਾ ਹੋਇਆ ਸੀ। ਸਿੰਧ, ਕੁੰਡ ਅਤੇ ਸਿੰਧ। ਕੁੰਡ ਅਤੇ ਸਿੰਧ ਦਾ ਇਲਾਕਾ ਕਿਹਦੇ ਕੋਲ ਸੀਗਾ? ਕੁਬਾਚਾ ਕੋਲੇ ਸੀਗਾ ਜੀ। ਠੀਕ ਹੈ ਜੀ, ਇਹ ਜ਼ਰੂਰ ਐਡ ਕਰ ਲਿਓ, ਇਸ ਦੇ ਵਿੱਚ ਐਡ ਨਹੀਂ ਹੈਗਾ ਤਾਂ ਜ਼ਰੂਰ ਐਡ ਕਰ ਲਿਓ। 4 ਮੁੱਖ ਜਿਹੜੇ ਹੈਗੇ ਉਹਦੇ ਗੁਲਾਮ ਸੀਗੇ। ਪਹਿਲਾ ਜਿਹੜਾ ਕੁਤਬਦੀਨ ਐਬਕ ਸੀਗਾ, ਜਿਹਨੂੰ ਲਾਹੌਰ ਤੇ ਦਿੱਲੀ ਵਾਲਾ ਇਲਾਕਾ ਦਿੱਤਾ ਹੋਇਆ ਸੀਗਾ। ਦੂਸਰਾ ਸੀਗਾ ਜਲੌਦ ਸੀਗਾ, ਇਸ ਨੂੰ ਗਜ਼ਨਵੀ ਵਾਲਾ ਇਲਾਕਾ ਦਿੱਤਾ ਹੋਇਆ ਸੀ। ਤੀਜਾ ਜਿਹੜਾ ਹੈਗਾ ਸੀਗਾ ਜੀ ਕੁਬਾਚਾ ਸੀਗਾ, ਜਿਹਨੂੰ ਕੁੰਡ ਅਤੇ ਸਿੰਧ ਦਾ ਇਲਾਕਾ ਦਿੱਤਾ ਹੋਇਆ ਸੀਗਾ। ਤਾਂ ਉਸ ਤੋਂ ਬਾਅਦ ਚੌਥਾ ਆਉਂਦਾ ਜੀ ਬਖਤਿਆਰ ਖਿਲਜੀ। ਇਸ ਨੂੰ, ਇਹ ਪੰਜਾਬ ਨਹੀਂ ਜੀ, ਬਿਹਾਰ ਦਾ ਇਲਾਕਾ, ਬਿਹਾਰ ਅਤੇ ਬੰਗਾਲ ਦਾ ਇਲਾਕਾ, ਬਿਹਾਰ ਅਤੇ ਬੰਗਾਲ। ਇਸ ਨੂੰ ਬਿਹਾਰ ਇੱਥੇ ਲਿਖ ਲਓ, ਬਿਹਾਰ ਅਤੇ ਬੰਗਾਲ, ਬਿਹਾਰ ਅਤੇ ਬੰਗਾਲ ਦਾ ਇਲਾਕਾ ਬਖਤਿਆਰ ਖਿਲਜੀ ਨੂੰ ਦਿੱਤਾ ਹੋਇਆ ਸੀਗਾ। ਇਹ 4 ਜਿਹੜੇ ਪ੍ਰਮੁੱਖ ਉਹਦੇ ਗੁਲਾਮ ਸੀਗੇ। ਇਹਨਾਂ ਦੇ ਵਿੱਚੋਂ ਕੁਤਬਦੀਨ ਐਬਕ ਨਿਕਲ ਕੇ ਆਊਗਾ, ਜੋ ਕਿ ਕੀ ਕਰੂਗਾ? ਦਿੱਲੀ ਸੁਲਤਾਨਤ ਦੀ
ਪ੍ਰਵੇਸ਼ ਕਰੂਗਾ, ਦਿੱਲੀ ਸੁਲਤਾਨਤ ਨੂੰ ਬਣਾਊਗਾ। ਉਹ ਅੱਗੇ ਫਿਰ 5 ਡਾਇਨੈਸਟੀਆਂ ਚੱਲੀਆਂ, 5 ਵੰਸ਼ ਚੱਲਾਂਗੇ, ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਤਾਂ ਇਹਨਾਂ ਵਿੱਚੋਂ ਕੀ ਸੀਗਾ, ਬਖਤਿਆਰ ਖਿਲਜੀ ਤੇ ਕਈ ਵਾਰੀ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਹੈ ਕਿ ਬਖਤਿਆਰ ਖਿਲਜੀ ਬਹੁਤ ਹੀ ਘਟੀਆ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਬੰਦਾ ਸੀਗਾ। ਕਿਉਂਕਿ ਜਿਹਦੇ ਇਹਦੇ ਦੁਆਰਾ ਕੀ ਕੀਤਾ ਹੈ, ਮੁਹੰਮਦ ਬਿਨ ਬਖਤਿਆਰ ਖਿਲਜੀ ਦੁਆਰਾ 2 ਯੂਨੀਵਰਸਿਟੀਆਂ ਨੂੰ ਤਹਿਸ ਨਹਿਸ ਕਰ ਦਿੱਤਾ। ਮਤਲਬ ਕਿ 2 ਜਿਹੜੇ ਵਿਸ਼ਵ ਵਿਦਿਆਲਿਆ ਯੂਨੀਵਰਸਿਟੀਆਂ ਸੀਗੀਆਂ ਪੁਰਾਣੀਆਂ, ਉਹਨਾਂ ਨੂੰ ਕੀ ਕੀਤਾ ਸੀਗਾ ਜੀ, ਖਤਮ ਕਰ ਦਿੱਤਾ ਗਿਆ ਸੀਗਾ ਇਹਦੇ ਦੁਆਰਾ। ਤਾਂ ਉਹਨਾਂ ਵਿੱਚੋਂ ਕਿਹੜੀਆਂ ਯੂਨੀਵਰਸਿਟੀਆਂ ਸੀਗੀਆਂ? ਨਾਲੰਦਾ ਸੀਗੀ ਜੀ, ਮੈਂ ਲਿਖ ਦਿੰਦਾ, ਨਾਲੰਦਾ ਯੂਨੀਵਰਸਿਟੀ, ਨਾਲੰਦਾ ਨਾਲੰਦਾ ਯੂਨੀਵਰਸਿਟੀ ਆਪਾਂ ਡਿਸਕਸ ਵੀ ਕਰਾਂਗੇ। ਨਾਲੰਦਾ ਯੂਨੀਵਰਸਿਟੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੋਰ ਕਿਹੜੀਆਂ ਨੇ, ਇਹ ਤੁਹਾਨੂੰ ਮੈਂ ਸਾਰੀਆਂ ਹੁਣ ਦੱਸਾਂਗਾ। ਠੀਕ ਹੈ, ਨਾਲੰਦਾ ਯੂਨੀਵਰਸਿਟੀ ਅਤੇ ਵਿਕਰਮਸ਼ਿਲਾ ਯੂਨੀਵਰਸਿਟੀ ਨੂੰ, ਦੋਨਾਂ ਯੂਨੀਵਰਸਿਟੀਆਂ ਨੂੰ ਕੀ ਕਰ ਦਿੱਤਾ ਜੀ, ਇਹਨੇ ਤਹਿਸ ਨਹਿਸ ਕਰ ਦਿੱਤਾ ਸੀਗਾ, ਢਵਾ ਦਿੱਤਾ ਸੀਗਾ। ਕਿਹਦੇ ਦੁਆਰਾ? ਬਖਤਿਆਰ ਖਿਲਜੀ ਦੁਆਰਾ। ਇਹ ਬੰਦੇ ਦਾ ਨਾਮ ਜ਼ਰੂਰ ਯਾਦ ਰੱਖਣਾ ਕਿ ਇਸੇ ਚੀਜ਼ ਕਰਕੇ ਇਹ ਬੜਾ ਮਸ਼ਹੂਰ ਹੋਇਆ ਸੀ ਕਿ 2 ਯੂਨੀਵਰਸਿਟੀਆਂ ਨੂੰ ਇਸ ਦੁਆਰਾ ਖਤਮ ਕਰ ਦਿੱਤਾ ਗਿਆ ਸੀਗਾ। ਠੀਕ ਹੈ ਜੀ, ਤਾਂ ਇਹ ਜ਼ਰੂਰ ਯਾਦ ਰੱਖਿਓ ਕਿਉਂਕਿ ਇਹ ਕਾਫੀ ਵਾਰੀ ਪੇਪਰ ਦੇ ਵਿੱਚ ਪੁੱਛੀਆਂ ਗਈਆਂ ਨੇ ਵੀ ਕਿਹੜੇ ਬੰਦੇ ਦੁਆਰਾ 2 ਯੂਨੀਵਰਸਿਟੀਆਂ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਸੀ, ਤਾਂ ਬਖਤਿਆਰ ਖਿਲਜੀ ਦੁਆਰਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਅੱਗੇ ਕੀ ਸੀਗਾ ਕਿ ਇਹਦੇ ਦੁਆਰਾ ਕੁਝ ਇੱਕ ਇੱਥੇ ਚੀਜ਼ਾਂ ਹੋਰ ਜੋ ਐਡ ਕਰ ਲਿਓ ਕਿ ਜਿਹੜੀਆਂ ਸਭ ਤੋਂ ਪੁਰਾਣੀ ਮੇਜਰ ਫੈਕਟ ਕਿਹੜੇ ਸੀਗੇ ਕਿ ਏਸ਼ੀਅਨਟ ਸਮੇਂ ਦੇ ਵਿੱਚ, ਪੁਰਾਤਨ ਸਮੇਂ ਦੇ ਵਿੱਚ ਕਿਹੜੀਆਂ ਯੂਨੀਵਰਸਿਟੀਆਂ ਸਭ ਤੋਂ ਪੁਰਾਣੀਆਂ ਮੰਨੀਆਂ ਜਾਂਦੀਆਂ ਸੀਗੀਆਂ। ਸਭ ਤੋਂ ਪਹਿਲਾਂ ਲਿਖੋ ਜੀ ਤਕਸਲਾ ਯੂਨੀਵਰਸਿਟੀ ਸੀਗੀ, ਵਿਸ਼ਵ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ, ਹੁਣ ਪਾਕਿਸਤਾਨ ਦੇ ਪੰਜਾਬ ਵਾਲੇ ਇਲਾਕੇ ਦੇ ਵਿੱਚ ਆਉਂਦੀ ਹੈ ਜੀ। ਠੀਕ ਹੈ, ਇਹਦੀ ਜਿਹੜੀ ਬਣਤਰ ਸੀ ਜਾਂ ਇਹ ਬਣਾਈ ਕਦੋਂ ਗਈ ਸੀਗੀ? 700 BC ਤੋਂ ਲੈ ਕੇ 800 BC ਦੇ ਵਿੱਚ ਇਸ ਨੂੰ ਬਣਾਇਆ ਸੀ। ਆਪਾਂ ਪੜ੍ਹਿਆ ਹੋਊਗਾ ਕੌਟਲਿਆ। ਠੀਕ ਹੈ, ਇਹਨਾਂ ਦੁਆਰਾ ਹੀ ਇੱਥੇ ਸਿੱਖਿਆ ਲੈਤੀ ਗਈ ਸੀ, ਕੌਟਲਿਆ ਵਗੈਰਾ। ਠੀਕ ਹੈ, ਇਹ ਕਿਹੜੀ ਯੂਨੀਵਰਸਿਟੀ ਸੀ? ਉਸ ਸਮੇਂ ਇੱਥੇ ਕੀ ਕੀਤਾ ਜਾਂਦਾ ਸੀ? ਆਦਰ ਵੈਦਿਕ ਦਾ ਪ੍ਰਮੁੱਖ ਕੇਂਦਰ ਇਸ ਨੂੰ ਸਥਾਪਿਤ ਕੀਤਾ ਗਿਆ ਸੀਗਾ। ਤੇ ਇਸੇ ਯੂਨੀਵਰਸਿਟੀ ਨੂੰ ਜ਼ਰੂਰ ਯਾਦ ਰੱਖਿਓ ਕਿ ਇਸ ਯੂਨੀਵਰਸਿਟੀ ਨੂੰ 1980 ਦੇ ਵਿੱਚ, ਠੀਕ ਹੈ, ਯੂਨੈਸਕੋ ਨੇ ਵਰਲਡ ਹੈਰੀਟੇਜ ਸਾਈਟ ਦੇ ਘੋਸ਼ਿਤ ਕਰ ਦਿੱਤਾ ਗਿਆ ਸੀ। ਜ਼ਰੂਰ ਯਾਦ ਰੱਖਿਓ। ਇਹ ਤਕਸਲਾ ਯੂਨੀਵਰਸਿਟੀ ਨੂੰ ਮੈਂ ਦੁਬਾਰਾ ਲਿਖ ਦਿੰਦਾ ਹੈਗਾ, ਤਕਸਲਾ ਵਿਸ਼ਵ ਵਿਦਿਆਲਿਆ ਨੂੰ 1980 ਦੇ ਵਿੱਚ ਯੂਨੈਸਕੋ ਨੇ ਵਰਲਡ ਹੈਰੀਟੇਜ ਸਾਈਟ ਘੋਸ਼ਿਤ ਕਰ ਦਿੱਤਾ ਗਿਆ ਸੀ। ਬਹੁਤ ਹੀ ਮਹੱਤਵਪੂਰਨ ਕੁਐਸਚਨ ਬਣਦਾ ਜੀ ਇੱਥੋਂ। ਠੀਕ ਹੈ, ਤਕਸਲਾ ਯੂਨੀਵਰਸਿਟੀ ਨੂੰ ਯੂਨੈਸਕੋ ਨੇ ਕਦੋਂ ਵਰਲਡ ਹੈਰੀਟੇਜ ਸਾਈਟ ਦੀ ਲਿਸਟ ਦੇ ਵਿੱਚ ਸ਼ਾਮਲ ਕੀਤਾ? ਤਾਂ ਇਹ ਦੱਸਣਾ ਜੀ 1980 ਦੇ ਵਿੱਚ ਉਹਨੂੰ ਘੋਸ਼ਿਤ ਕਰ ਦਿੱਤਾ ਗਿਆ ਸੀਗਾ। ਤਾਂ ਉਸ ਤੋਂ ਬਾਅਦ ਅਗਲੀ ਯੂਨੀਵਰਸਿਟੀ ਜਿਹੜੀ ਆਉਂਦੀ ਹੈ ਉਹ ਹੈ ਜੀ ਨਾਲੰਦਾ ਯੂਨੀਵਰਸਿਟੀ। ਆਪਾਂ ਪਹਿਲਾਂ ਵੀ ਕਰਕੇ ਗਏ ਹਾਂ, ਨਾਲੰਦਾ ਯੂਨੀਵਰਸਿਟੀ, ਨਾਲੰਦਾ ਵਿਸ਼ਵ ਵਿਦਿਆਲਿਆ। ਜਿਹੜਾ ਇਹ ਵਿਸ਼ਵ ਵਿਦਿਆਲਿਆ ਸੀਗਾ ਜੀ, ਬਿਹਾਰ ਦੇ ਰਾਜਗੀਰ ਇਲਾਕੇ ਦੇ ਵਿੱਚ ਆਉਂਦਾ, ਬਿਹਾਰ ਦੇ ਵਿੱਚ ਹੈ ਜੀ, ਬਿਹਾਰ ਦੇ ਰਾਜਗੀਰ, ਠੀਕ ਹੈ, ਇਲਾਕੇ ਦੇ ਵਿੱਚ ਇਹ ਯੂਨੀਵਰਸਿਟੀ ਬਣਾਈ ਗਈ ਸੀ। ਤੇ ਇਹ ਯੂਨੀਵਰਸਿਟੀ ਐਸਟੈਬਲਿਸ਼ ਕਦੋਂ ਕੀਤੀ ਗਈ ਸੀਗੀ? ਤਾਂ ਜ਼ਰੂਰ ਯਾਦ ਰੱਖਿਓ 413 AD, 413 AD ਦੇ ਵਿੱਚ ਇਸ ਯੂਨੀਵਰਸਿਟੀ ਨੂੰ ਬਣਾਇਆ ਗਿਆ ਸੀਗਾ। ਤਾਂ ਜ਼ਰੂਰ ਯਾਦ ਰੱਖਣਾ, ਇਹ ਬਹੁਤ ਹੀ ਇੰਪੋਰਟੈਂਟ ਹੈ ਆਪਣੇ ਵਾਸਤੇ। ਠੀਕ ਹੈ ਜੀ, ਅਗਲਾ ਜਿਹੜਾ ਹੈਗਾ ਜੀ ਵਿਕਰਮਸ਼ਿਲਾ ਜਿਹੜੀ ਯੂਨੀਵਰਸਿਟੀ ਹੈ, ਵਿਕਰਮਸ਼ਿਲਾ ਯੂਨੀਵਰਸਿਟੀ ਜਿਹੜੀ ਬਣਾਈ ਗਈ ਸੀ, ਇਹ ਕਦੋਂ ਬਣਾਈ ਗਈ ਸੀ? 783 ਤੋਂ ਲੈ ਕੇ 800 AD ਤੱਕ, 783 ਤੋਂ ਲੈ ਕੇ 800 AD ਦੇ ਵਿੱਚ ਇਸ ਚੀਜ਼ ਨੂੰ ਬਣਾਇਆ ਗਿਆ ਸੀਗਾ। ਠੀਕ ਹੈ, ਤਾਂ ਇਹ ਜ਼ਰੂਰ ਯਾਦ ਰੱਖਿਓ ਕਿ ਬਖਤਿਆਰ ਖਿਲਜੀ ਦੁਆਰਾ ਇਹ 2 ਯੂਨੀਵਰਸਿਟੀਆਂ, ਇੱਕ ਤਾਂ ਨਾਲੰਦਾ ਯੂਨੀਵਰਸਿਟੀ ਤੇ ਇਸ ਯੂਨੀਵਰਸਿਟੀ ਨੂੰ
ਤਹਿਸ ਨਹਿਸ ਕਰ ਦਿੱਤਾ ਗਿਆ ਸੀਗਾ। ਜੇ ਤੁਹਾਨੂੰ ਪੁੱਛਿਆ ਜਾਵੇ ਬਿਕਰਮਸ਼ਿਲਾ ਯੂਨੀਵਰਸਿਟੀ ਕਿੱਥੇ ਹੈ ਜੀ, ਬਿਹਾਰ ਦੇ ਵਿੱਚ ਭਾਗਲਪੁਰ ਇਲਾਕੇ ਦੇ ਵਿੱਚ ਆਉਂਦੀ ਹੈ, ਅਤੇ ਇਹ ਵੀ ਕਿੱਥੇ ਹੈ ਜੀ, ਬਿਹਾਰ। ਤਾਂ ਕਿੱਥੇ ਦੱਸੋਗੇ, ਬਿਹਾਰ ਦੇ ਭਾਗਲਪੁਰ, ਠੀਕ ਹੈ ਨਾ, ਭਾਗਲਪੁਰ। ਮੈਂ ਦੁਬਾਰਾ ਲਿਖ ਦਿੰਦਾ, ਬਿਹਾਰ ਦੇ ਭਾਗਲਪੁਰ ਇਲਾਕੇ ਦੇ ਵਿੱਚ ਇਹ ਯੂਨੀਵਰਸਿਟੀ ਆਉਂਦੀ ਹੈ, ਠੀਕ ਹੈ ਜੀ। ਇਹ ਕੁਝ ਯੂਨੀਵਰਸਿਟੀਆਂ ਸੀਗੀਆਂ ਜਿਹੜੀਆਂ ਆਪਣੇ ਵਾਸਤੇ ਇੰਪੋਰਟੈਂਟ ਨੇ, ਤਾਂ ਜ਼ਰੂਰ ਯਾਦ ਰੱਖਿਓ। ਅੱਗੇ ਦੇਖਦੇ ਹਾਂ ਜੀ, ਅੱਗੇ ਕੀ ਹੋਇਆ ਸੀਗਾ ਕਿ ਅੱਗੇ ਜਿਹੜਾ ਹੈਗਾ ਸੀਗਾ, ਇਹਦਾ ਸਭ ਤੋਂ ਚਹੇਤਾ ਬੰਦਾ ਸੀਗਾ ਜੀ ਕੁਤਬਦੀਨ ਐਬਕ। ਕੁਤਬਦੀਨ ਐਬਕ ਜਦੋਂ ਦੇਖੋ ਉਹਦੀ ਮੌਤ ਤੋਂ ਬਾਅਦ ਕੀ ਸੀਗਾ, ਆਪਾਂ 4 ਪ੍ਰਮੁੱਖ ਜਿਹੜੇ ਹੈਗੇ ਗੁਲਾਮ ਕੀਤੇ ਸੀਗੇ ਕਿ ਕੁਤਬਦੀਨ ਐਬਕ ਨੂੰ ਦਿੱਲੀ ਅਤੇ ਲਾਹੌਰ ਦਾ ਜਿਹੜਾ ਹੈਗਾ ਇਲਾਕਾ ਦੇ ਦਿੱਤਾ ਗਿਆ ਸੀਗਾ। ਤਾਂ ਦਿੱਲੀ ਦੇ ਵਿੱਚੋਂ ਕੀ ਕਰਦਾ, ਜਦੋਂ ਇਹਨਾਂ ਦਾ ਜਿਹੜਾ ਇਹਦਾ ਰਾਜੇ ਦੀ ਜਿਹੜੀ ਡੈਥ ਹੋ ਜਾਂਦੀ ਹੈ, ਤਾਂ ਪੂਰਾ ਸਮਰਾਜ ਜਿਹੜਾ ਹੈਗਾ ਦਿੱਲੀ ਅਤੇ ਲਾਹੌਰ ਦਾ ਸਮਰਾਜ ਜਿਹੜਾ ਹੈਗਾ ਉਹ ਕਿਹਦੇ ਅੰਡਰ ਆ ਜਾਂਦਾ ਜੀ, ਕੁਤਬਦੀਨ ਐਬਕ ਦੇ ਅੰਦਰ ਆ ਜਾਂਦਾ। ਤਾਂ ਜਦੋਂ ਕੁਤਬਦੀਨ ਐਬਕ ਦੇ ਅੰਦਰ ਆਉਂਦਾ ਤਾਂ ਕੁਤਬਦੀਨ ਐਬਕ ਕੀ ਕਰਦਾ ਹੈ, ਸਭ ਤੋਂ ਪਹਿਲਾਂ ਆਪਣਾ ਵੰਸ਼ ਨੂੰ ਐਸਟੈਬਲਿਸ਼ ਕਰਦਾ, ਆਪਣੇ ਵੰਸ਼ ਨੂੰ ਬਣਾਉਂਦਾ, ਜਿਸ ਨੂੰ ਕੀ ਕਿਹਾ ਜਾਂਦਾ ਸੀਗਾ, ਗੁਲਾਮ ਵੰਸ਼। ਜਿਸ ਨੂੰ ਕੀ ਕਿਹਾ ਜਾਂਦਾ ਸੀਗਾ, ਗੁਲਾਮ ਵੰਸ਼। ਤਾਂ ਗੁਲਾਮ ਵੰਸ਼ ਕਿਹਦੇ ਦੁਆਰਾ ਐਸਟੈਬਲਿਸ਼ ਕੀਤਾ ਗਿਆ, ਤਾਂ ਇਹ ਕੀਤਾ ਗਿਆ ਜੀ ਕੁਤਬਦੀਨ ਐਬਕ ਦੁਆਰਾ। ਆਪਾਂ ਕਰਾਂਗੇ ਜੀ ਅੱਗੇ। ਕਿਉਂ ਕਿਹਾ ਜਾਂਦਾ ਗੁਲਾਮ, ਕਿਉਂਕਿ ਇਹ ਚਹੇਤਾ ਗੁਲਾਮ ਸੀਗਾ ਜੀ ਗੌਰੀ ਦਾ, ਜਿਸ ਕਰਕੇ ਇਹਨੂੰ ਗੁਲਾਮ ਵੰਸ਼ ਕਿਹਾ ਜਾਂਦਾ ਸੀਗਾ। ਤਾਂ ਦੂਸਰਾ ਆਉਂਦਾ ਜੀ ਖਿਲਜੀ ਵੰਸ਼, ਠੀਕ ਹੈ ਜੀ। ਖਿਲਜੀ ਵੰਸ਼ ਦਾ ਇੱਥੇ ਸਮਾਂ ਨੀਚੇ ਆ ਗਿਆ ਥੋੜ੍ਹਾ ਜਿਹਾ, ਠੀਕ ਹੈ। ਤਾਂ ਇੱਥੇ ਜ਼ਰੂਰ ਯਾਦ ਰੱਖਿਓ, ਖਿਲਜੀ ਵੰਸ਼ ਦਾ ਜਿਹੜਾ ਸਮਾਂ ਸੀਗਾ 1290 ਤੋਂ ਲੈ ਕੇ 1320 ਤੱਕ ਦਾ ਸੀਗਾ ਜੀ। 1290 ਤੋਂ ਲੈ ਕੇ 1320 ਤੱਕ ਦਾ ਜਿਹੜਾ ਹੈਗਾ ਸਮਾਂ ਸੀਗਾ ਖਿਲਜੀ ਵੰਸ਼ ਦਾ ਸੀਗਾ ਜੀ। ਉਸ ਤੋਂ ਬਾਅਦ ਆਉਂਦਾ ਜੀ ਤੁਗਲਕ ਵੰਸ਼, ਤੀਜੇ ਨੰਬਰ 'ਤੇ ਹੈਗਾ ਜੀ ਤੁਗਲਕ ਵੰਸ਼। ਤੁਗਲਕ ਵੰਸ਼ ਜਿਹੜਾ ਹੈਗਾ ਜੀ 1320 ਤੋਂ ਲੈ ਕੇ 1414 ਤੱਕ ਰਿਹਾ ਜੀ। ਉਹ ਬਾਅਦ ਸੈਦਦ ਵੰਸ਼ ਆਉਂਦਾ 1414 ਤੋਂ ਲੈ ਕੇ 1451 ਤੱਕ, ਠੀਕ ਹੈ। ਲਾਸਟ ਵੰਸ਼ ਜਿਹੜਾ ਆਉਂਦਾ ਜੀ ਉਸ ਤੋਂ ਬਾਅਦ ਆਉਂਦਾ ਜੀ ਲੋਧੀ ਵੰਸ਼ 1451 ਤੋਂ ਲੈ ਕੇ 1526 ਤੱਕ ਜਿਹੜਾ ਹੈਗਾ ਲੋਧੀ ਵੰਸ਼ ਰਹਿੰਦਾ ਜੀ। ਹੁਣ ਇਹਨਾਂ ਵਿੱਚੋਂ ਪੁੱਛਿਆ ਕੁਐਸਚਨ ਕਿਹੜੇ ਪੁੱਛੇ ਜਾਂਦੇ ਨੇ, ਬਹੁਤ ਵਾਰ ਕੁਐਸਚਨ ਆਉਂਦੇ ਹੁੰਦੇ ਨੇ ਕਿ ਸਭ ਤੋਂ ਵੱਧ ਕਿਹੜੇ ਵੰਸ਼ ਨੇ ਰਾਜ ਕੀਤਾ, ਠੀਕ ਹੈ। ਦਿੱਲੀ ਸੁਲਤਾਨਤ ਦੇ ਵਿੱਚ ਸਭ ਤੋਂ ਵੱਧ ਕਿਹੜਾ ਵੰਸ਼ ਜਿਹੜਾ ਹੈਗਾ ਰਾਜ ਕਰਕੇ ਗਿਆ ਸੀਗਾ, ਤਾਂ ਮੈਂ ਡਾਇਰੈਕਟ ਤੁਹਾਨੂੰ ਲਿਖਾ ਦਿੰਦਾ ਹੈਗਾ। ਜਿਹੜਾ ਗੁਲਾਮ ਵੰਸ਼ ਹੈ ਇਹ 84 ਸਾਲ ਰਿਹਾ ਸੀਗਾ, ਠੀਕ ਹੈ, 84 ਸਾਲ, ਠੀਕ ਹੈ। ਖਿਲਜੀ ਵੰਸ਼ 30 ਸਾਲ। ਤੁਗਲਕ ਵੰਸ਼ ਜਿਹੜਾ ਹੈਗਾ ਸੀਗਾ ਜੀ ਸਭ ਤੋਂ ਵੱਧ ਤੁਗਲਕ ਵੰਸ਼ ਰਿਹਾ ਸੀਗਾ 94 ਸਾਲ। ਕਿੰਨੇ ਸਾਲ? 94 ਸਾਲ। ਸੈਦਦ ਵੰਸ਼ ਜਿਹੜਾ ਰਿਹਾ ਸੀਗਾ 35 ਸਾਲ, ਤੇ ਲੋਧੀ ਵੰਸ਼ ਜਿਹੜਾ ਰਿਹਾ ਸੀ 75 ਸਾਲ, ਠੀਕ ਹੈ ਜੀ। 5 ਰਾਜੇ ਹੋਏ ਆ ਜੀ, 5 ਵੰਸ਼ ਹੋਏ ਆ, ਤੇ 34 ਰਾਜਿਆਂ ਨੇ ਦਿੱਲੀ ਸੁਲਤਾਨਤ ਦੇ ਉੱਪਰ ਰਾਜ ਕੀਤਾ ਸੀਗਾ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਕਿਹੜਾ ਸੀਗਾ ਗੁਲਾਮ ਵੰਸ਼, ਜਿਹਨੇ 84 ਸਾਲ, ਠੀਕ ਹੈ, ਦਿੱਲੀ ਸੁਲਤਾਨਤ ਚਲਾਈ। ਉਸ ਤੋਂ ਬਾਅਦ ਖਿਲਜੀ ਵੰਸ਼ 1290 ਤੋਂ ਲੈ ਕੇ 1320 ਤੱਕ ਰਿਹਾ, ਜਿਸ ਨੇ 30 ਸਾਲ ਰਾਜ ਕੀਤਾ ਜੀ। ਉਸ ਤੋਂ ਬਾਅਦ ਤੁਗਲਕ ਵੰਸ਼ 1320 ਤੋਂ ਲੈ ਕੇ 1414 ਤੱਕ ਰਿਹਾ ਜੀ, ਜਿਹਨੇ ਸਭ ਤੋਂ ਜ਼ਿਆਦਾ ਤੁਗਲਕ ਵੰਸ਼ ਨੇ ਦਿੱਲੀ ਸੁਲਤਾਨਤ ਦੇ ਉੱਪਰ ਰਾਜ ਕੀਤਾ। ਸੈਦਦ ਵੰਸ਼ 35 ਸਾਲ, ਠੀਕ ਹੈ। ਲੋਧੀ ਵੰਸ਼ 75 ਸਾਲ ਰਾਜ ਕੀਤਾ। ਜੇ ਤੁਹਾਨੂੰ ਪੁੱਛਿਆ ਜਾਵੇ ਵੀ ਕਿੰਨੇ ਵੰਸ਼ ਅਤੇ ਕਿੰਨੇ ਰਾਜੇ ਸੀਗੇ, ਤਾਂ ਤੁਸੀਂ ਜ਼ਰੂਰ ਦੱਸਿਓ। 5 ਵੰਸ਼ ਸੀਗੇ ਜੀ, ਤੇ 34 ਰਾਜਿਆਂ ਨੇ ਰਾਜ ਕੀਤਾ ਸੀਗਾ ਜੀ ਦਿੱਲੀ ਸੁਲਤਾਨਤ ਦੇ, ਠੀਕ ਹੈ। 5 ਵੰਸ਼ ਤੇ 34 ਰਾਜਿਆਂ ਨੇ ਦਿੱਲੀ ਸੁਲਤਾਨਤ ਦੇ ਉੱਪਰ ਰਾਜ ਕੀਤਾ। ਤਾਂ ਜ਼ਰੂਰ ਇਸ ਚੀਜ਼ ਨੂੰ ਯਾਦ ਰੱਖਿਓ। ਸਭ ਤੋਂ ਪਹਿਲਾਂ ਹੁਣ ਸਟਾਰਟ ਕਰਦੇ ਹਾਂ ਕਿ ਗੁਲਾਮ ਵੰਸ਼ 1206 ਤੋਂ ਲੈ ਕੇ 1290 ਤੱਕ ਜਿਹੜਾ ਹੈਗਾ ਜੀ ਗੁਲਾਮ ਵੰਸ਼। ਸਲੇਵ ਡਾਇਨੈਸਟੀ, ਅੰਗਰੇਜ਼ੀ ਦੇ ਵਿੱਚ ਸਲੇਵ ਡਾਇਨੈਸਟੀ ਵੀ ਕਿਹਾ ਜਾਂਦਾ, ਇਹਨੂੰ ਇਲਵਰੀ ਡਾਇਨੈਸਟੀ 1 ਵੀ ਕਿਹਾ ਜਾਂਦਾ, ਇਲਵਰੀ ਡਾਇਨੈਸਟੀ 2 ਵੀ ਕਿਹਾ ਜਾਂਦਾ। ਉਹ ਆਪਾਂ ਅੱਗੇ ਸਟੈਪ ਬਾਈ ਸਟੈਪ ਜਦੋਂ ਆਪਣਾ ਆਇਆ ਤਾਂ ਉਦੋਂ ਮੈਂ ਤੁਹਾਨੂੰ ਦੱਸਿਆ ਜਾਊਂਗਾ ਵੀ ਫਸਟ ਇਲਵਰੀ ਡਾਇਨੈਸਟੀ ਕਿਹੜਾ ਬੰਦੇ ਨੇ ਬਣਾਈ ਸੀ, ਸੈਕੰਡ ਇਲਵਰੀ ਡਾਇਨੈਸਟੀ ਕਿਸ ਬੰਦੇ ਨੇ ਬਣਾਈ ਸੀ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁਲਾਮ ਵੰਸ਼ 1206 ਤੋਂ ਲੈ ਕੇ 1290 ਤੱਕ ਰਿਹਾ ਸੀਗਾ ਜੀ। ਤੇ ਗੁਲਾਮ ਵੰਸ਼ ਨੂੰ ਬਣਾਇਆ ਕਿਹਨੇ ਸੀਗਾ, ਤਾਂ ਆਹ ਜ਼ਰੂਰ ਯਾਦ ਰੱਖਿਓ ਜੀ, ਕੁਤਬਦੀਨ ਐਬਕ ਨੇ। ਇਸ ਵੰਸ਼ ਦੀ ਨੀਂਹ ਜਿਹੜੀ ਹੈਗੀ ਆ ਕੁਤਬਦੀਨ ਐਬਕ ਨੇ ਰੱਖੀ ਸੀ, ਜੋ ਗੌਰੀ ਦਾ ਗੁਲਾਮ ਹੁੰਦਾ ਸੀ।
ਠੀਕ ਹੈ ਜੀ। ਗੌਰੀ ਦਾ ਕੀ ਹੁੰਦਾ, ਸਭ ਤੋਂ ਖਾਸ ਗੁਲਾਮ ਹੁੰਦਾ ਸੀਗਾ, 4 ਗੁਲਾਮਾਂ ਦੇ ਵਿੱਚ ਇਹਦਾ ਨਾਮ ਆਉਂਦਾ ਸੀਗਾ, ਠੀਕ ਹੈ ਜੀ, ਗੁਲਾਮ ਹੁੰਦਾ ਸੀ। ਇਸੇ ਕਰਕੇ ਇਸ ਦਾ ਨਾਮ ਕੀ ਰੱਖਿਆ ਗਿਆ ਸੀਗਾ, ਗੁਲਾਮ ਵੰਸ਼ ਜਾਂ ਸਲੇਵ ਡਾਇਨੈਸਟੀ ਰੱਖਿਆ ਗਿਆ ਸੀਗਾ। ਕੁਤਬਦੀਨ, ਉਸ ਤੋਂ ਬਾਅਦ ਨੈਕਸਟ ਹੈ ਜੀ ਕੁਤਬਦੀਨ ਐਬਕ ਨੂੰ, ਇਸ ਨੂੰ ਭਾਰਤ ਵਿੱਚ ਤੁਰਕੀ ਰਾਜ ਸਥਾਪਿਤ ਕਿਹਾ ਜਾਂਦਾ ਹੈਗਾ, ਤੁਰਕੀ ਰਾਜ ਸਥਾਪਕ, ਠੀਕ ਹੈ। ਕਿਉਂਕਿ 2 ਤੁਹਾਨੂੰ ਦੱਸਿਆ ਸੀਗਾ, ਇੱਕ ਪਾਸੇ ਕੀ ਸੀਗਾ ਜੀ, ਅਰਬੀ ਸੀਗੇ, ਅਰਬ ਦੇ ਲੋਕ, ਅਰਬੀ ਇਲਾਕੇ ਦੇ ਲੋਕ ਸੀ, ਇੱਕ ਪਾਸੇ ਤੁਰਕੀ ਇਲਾਕੇ ਦੇ ਲੋਕ ਸੀਗੇ। ਤਾਂ ਤੁਰਕੀ ਵਾਲਿਆਂ ਦੇ ਵਿੱਚੋਂ ਕਿਹੜਾ ਹੁੰਦਾ ਸੀਗਾ, ਕਿਉਂਕਿ ਗਜ਼ਨਵੀ ਵੀ ਤੁਰਕੀ ਦਾ ਸੀਗਾ, ਗੌਰੀ ਵੀ ਤੁਰਕੀ ਦਾ ਸੀਗਾ, ਤੇ ਗੌਰੀ ਦਾ ਸਭ ਤੋਂ ਚਹੇਤਾ ਬੰਦਾ ਕੌਣ ਹੁੰਦਾ ਸੀਗਾ, ਐਬਕ ਹੁੰਦਾ ਸੀ। ਤਾਂ ਇਹ ਵੀ ਕੀ ਸੀਗਾ ਭਾਈ, ਤੁਰਕੀ ਵਾਲੇ ਇਲਾਕੇ ਦੇ ਵਿੱਚੋਂ ਆਉਂਦਾ ਸੀ। ਤਾਂ ਉਸ ਤੋਂ ਬਾਅਦ ਸੀਗਾ ਕਿ 24 ਜੂਨ 1206 ਨੂੰ ਐਬਕ ਰਾਜਾ ਬਣਾ ਦਿੱਤਾ ਤੇ ਰਾਜਧਾਨੀ ਨੂੰ ਲਾਹੌਰ ਬਣਾ ਦਿੱਤੀ। ਦੇਖੋ 24 ਜੂਨ 1206 ਨੂੰ ਕੀ ਕੀਤਾ, ਕੁਤਬਦੀਨ ਐਬਕ ਰਾਜਾ ਬਣਦਾ ਇਹਦੀ, ਗੁਲਾਮ ਵੰਸ਼ ਦਾ, ਅਤੇ ਰਾਜਧਾਨੀ, ਜਦੋਂ ਉਹ ਰਾਜਾ ਬਣਿਆ ਤਾਂ ਉਹਨੇ ਆਪਣੀ ਰਾਜਧਾਨੀ ਨੂੰ ਕਿਹੜੇ ਨੂੰ ਸਥਾਪਿਤ ਕੀਤਾ, ਲਾਹੌਰ ਨੂੰ ਸਥਾਪਿਤ ਕੀਤਾ। ਮੈਂ ਤੁਹਾਨੂੰ ਦੱਸਿਆ ਸੀ ਕਿ ਇਹਦੇ ਕੋਲੇ ਸਭ ਤੋਂ ਪਹਿਲਾਂ 2 ਇਲਾਕੇ ਆਉਂਦੇ ਸੀ, ਲਾਹੌਰ ਤੇ ਦਿੱਲੀ ਦਾ। ਲਾਹੌਰ ਨੂੰ ਇਹਨੇ ਕੀ ਕੀਤਾ ਜੀ, ਆਪਣੀ ਰਾਜਧਾਨੀ ਬਣਾ ਦਿੱਤਾ। ਤਾਂ 1208 ਈਸਵੀ ਵਿੱਚ ਮੁਹੰਮਦ ਗੌਰੀ ਦਾ ਭਤੀਜਾ ਇੱਕ ਗਿਆਸੂਦੀਨ ਮਹਿਮੂਦ ਸੀਗਾ, ਜਿਸ ਨੇ ਇਹਨੂੰ ਗੁਲਾਮ ਮੁਕਤ, ਦੇਖੋ ਇਹਨੇ ਆਪਣੇ ਆਪ ਨੂੰ ਰਾਜਾ ਨਹੀਂ ਬਣਾਇਆ ਸੀ, ਰਾਜਾ ਘੋਸ਼ਿਤ ਨਹੀਂ ਕੀਤਾ ਸੀ, ਕਿਉਂਕਿ ਇਹ ਆਪਣੇ ਆਪ ਨੂੰ ਗੁਲਾਮ ਹੀ ਮੰਨਦਾ ਸੀ। ਕਿਉਂ ਮੰਨਦਾ ਸੀ, ਕਿਉਂਕਿ ਇਹ ਪਹਿਲਾਂ ਕੀ ਸੀਗਾ, ਗੌਰੀ ਦਾ ਗੁਲਾਮ ਸੀ। ਕਹਿੰਦਾ ਵੀ ਮੇਰਾ, ਕਿਉਂਕਿ ਸਭ ਤੋਂ ਜ਼ਿਆਦਾ ਇੱਜ਼ਤ ਕਰਦਾ ਸੀਗਾ ਗੌਰੀ ਦੀ, ਸਭ ਤੋਂ ਕਲੋਜ਼ਲੀ ਪਰਸਨ ਜਿਹੜਾ ਹੈਗਾ ਸੀਗਾ ਗੌਰੀ ਦਾ ਸੀਗਾ, ਤੇ ਉਹਨੇ ਆਪਣੇ ਆਪ ਨੂੰ ਰਾਜਾ ਨਹੀਂ ਬਣਾਇਆ ਸੀ। ਤਾਂ ਕਰਕੇ ਆਪਣੇ ਆਪ ਇਹਨੂੰ ਗੁਲਾਮ ਦੇ ਵਿੱਚੋਂ ਮੁਕਤ ਕਰਨ ਵਾਸਤੇ ਗੌਰੀ ਦਾ ਇੱਕ ਭਤੀਜਾ ਸੀਗਾ, ਜਿਹਨੂੰ ਗਿਆਸੂਦੀਨ ਮਹਿਮੂਦ ਕਹਿੰਦੇ ਸੀ, ਇਹਨੇ ਕੀ ਕੀਤਾ ਸੀ, 1208 ਦੇ ਵਿੱਚ ਇਹਨੂੰ ਗੁਲਾਮ ਮੁਕਤ ਕਰ ਦਿੱਤਾ ਸੀ। ਉਸ ਤੋਂ ਬਾਅਦ ਇਹ ਰਾਜਾ ਬਣਾ ਦਿੱਤਾ ਗਿਆ ਸੀਗਾ ਦਿੱਲੀ ਸੁਲਤਾਨਤ ਦਾ। ਤਾਂ ਇਹਨੂੰ ਕਿਹੜੀਆਂ ਉਪਾਧੀਆਂ ਦਿੱਤੀਆਂ ਗਈਆਂ ਨੇ ਜੀ, ਇਹਨੂੰ ਉਪਾਧੀਆਂ ਕਿਹੜੀਆਂ ਦਿੱਤੀਆਂ ਗਈਆਂ ਨੇ, ਜਿਹੜਾ ਹੈਗਾ ਜੀ ਐਬਕ ਨੂੰ, ਠੀਕ ਹੈ, ਐਬਕ ਨੂੰ ਕਿਹੜੀਆਂ ਉਪਾਧੀਆਂ, ਜਾਂ ਕਹਿ ਸਕਦੇ ਹੋ ਖਿਤਾਬ ਕਿਹੜੇ ਖਿਤਾਬ ਜਿਹੜੇ ਹੈਗੇ ਆ ਜੀ ਕੁਤਬਦੀਨ ਐਬਕ ਨੂੰ ਦਿੱਤੇ ਗਏ ਆ। ਤਾਂ ਕਿਹੜੇ ਆ ਜੀ, ਕੁਰਾਨ ਖਾਬ, ਹਾਤਮਾਏ, ਤੇ ਇੱਕ ਇੱਥੇ ਲੱਖ ਬਖਸ਼। ਲੱਖ ਬਖਸ਼ ਇੱਥੇ ਆਪਾਂ ਨੀਚੇ ਲਿਖਿਆ ਹੋਊਗਾ ਜੀ, ਉਹ ਲੱਖ ਬਖਸ਼। ਦੇਖੋ 2 ਦਿੱਤੇ ਗਏ ਸੀਗੇ, ਕਿਹੜਾ ਸੀਗਾ ਜੀ, ਉਪਾਧੀਆਂ ਕਿਹੜੀਆਂ ਸੀ, ਕੁਰਾਨ ਖਾਬ, ਅਤੇ ਕਿਉਂਕਿ ਕੁਰਾਨ ਦੀ ਬਹੁਤ ਜ਼ਿਆਦਾ ਇਹ ਇੱਜ਼ਤ ਕਰਦਾ ਸੀ, ਬਹੁਤ ਜ਼ਿਆਦਾ ਪੜ੍ਹਦਾ ਰਹਿੰਦਾ ਸੀਗਾ, ਤੇ ਹਾਤਮਾਏ ਇੱਕ ਲੱਖ ਬਖਸ਼। ਤੇ ਬਹੁਤ ਵਾਰੀ ਕੁਐਸਚਨ ਆਉਂਦਾ ਜੀ, ਕਿਹੜਾ ਰਾਜਾ ਸੀਗਾ ਜਿਹਨੂੰ ਲੱਖ ਬਖਸ਼ ਕਿਹਾ ਜਾਂਦਾ, ਤਾਂ ਤੁਸੀਂ ਜ਼ਰੂਰ ਯਾਦ ਰੱਖਣਾ ਕੌਣ ਸੀਗਾ, ਕੁਤਬਦੀਨ ਐਬਕ। ਕਿਉਂਕਿ ਇਹ ਲੱਖਾਂ ਦੇ ਹਿਸਾਬ ਨਾਲ ਭਾਈ ਇਹ ਲੋਕਾਂ ਨੂੰ, ਗਰੀਬ ਲੋਕਾਂ ਨੂੰ ਦਾਨ ਕਰ ਦਿੰਦਾ ਸੀਗਾ। ਜੋ ਵੀ ਇਹਦੇ ਮਹਿਲ ਦੇ ਵਿੱਚ ਆਂਦਾ ਕੋਈ ਗਰੀਬ ਬੰਦਾ ਜਾਂ ਕਿਸੇ ਨੂੰ ਵੀ ਨੀਡ ਹੁੰਦੀ, ਤਾਂ ਉਹ ਲੱਖਾਂ ਦੇ ਹਿਸਾਬ ਨਾਲ ਕੀ ਕਰਦਾ ਸੀਗਾ, ਦਾਨ ਕਰਦਾ ਸੀਗਾ। ਇਸੇ ਕਰਕੇ ਇਹਨੂੰ ਕੀ ਕਿਹਾ ਜਾਂਦਾ ਸੀਗਾ, ਲੱਖ ਬਖਸ਼ ਕਿਹਾ ਜਾਂਦਾ ਸੀਗਾ। ਤਾਂ 1210 ਦੇ ਵਿੱਚ ਇਸ ਦੀ ਚੁਹਗਾਨ ਖੇਡਦੇ ਦੀ ਕੀ ਹੋ ਜਾਂਦੀ ਹੈ ਜੀ, ਘੋੜੇ ਤੋਂ ਡਿੱਗ ਕੇ ਡੈਥ ਹੋ ਜਾਂਦੀ ਹੈ। ਤਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਉਹਨੂੰ ਪੋਲੋ ਗੇਮ, ਠੀਕ ਹੈ ਜੀ। ਪੋਲੋ ਗੇਮ ਖੇਡਦੇ ਦੀ ਇਹਦੀ ਕੀ ਹੋ ਜਾਂਦੀ ਹੈ ਜੀ, ਡੈਥ ਹੋ ਜਾਂਦੀ ਹੈ, ਠੀਕ ਹੈ। ਚੁਹਗਾਨ ਖੇਡਦਾ ਘੋੜੇ ਤੋਂ ਡਿੱਗ ਜਾਂਦਾ ਤੇ ਉਦੋਂ ਡੈਥ ਹੋ ਜਾਂਦੀ ਹੈ। ਤਾਂ ਉਸ ਤੋਂ ਬਾਅਦ ਕੀ ਸੀਗਾ, ਇਹਦੇ ਦੁਆਰਾ ਭਾਰਤ ਵਿੱਚ ਇਸਲਾਮਿਕ ਕਲਾ ਦਾ ਨਿਰਮਾਣ ਕਿਹੜੀਆਂ ਚੀਜ਼ਾਂ ਭਾਰਤ ਦੇ ਵਿੱਚ ਬਣਾ ਕੇ ਗਿਆ ਸੀ ਆਪਦੇ ਰਾਜ ਦੇ ਸਮੇਂ, ਉਹ ਡਿਸਕਸ ਕਰਦੇ ਹਾਂ, ਕਿਉਂਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬਣਦੀਆਂ ਨੇ ਜੀ ਆਪਣੇ ਵਾਸਤੇ। ਤਾਂ ਕਿਹੜੀਆਂ ਚੀਜ਼ਾਂ ਇਸ ਦੁਆਰਾ ਬਣਾਈਆਂ ਗਈਆਂ ਸੀਗੀਆਂ। ਤਾਂ ਸਭ ਤੋਂ ਪਹਿਲਾਂ ਕੀ ਬਣਾਇਆ ਸੀਗਾ, ਭਾਰਤ ਵਿੱਚ ਗੁੰਬਦ ਦਾ ਨਿਰਮਾਣ ਅਤੇ ਮਹਿਰਾਬ ਨਿਰਮਾ ਦੀ ਕਲਾ। ਗੁੰਬਦ ਕਹਿਣ ਦਾ ਮਤਲਬ ਤਾਂ ਜਿਹੜਾ ਹੈਗਾ ਗੋਲ ਜੀ ਤਰ੍ਹਾਂ ਦੀ ਗੁੰਬਦ ਬਣਾਇਆ ਹੁੰਦਾ। ਹੁਣ ਤਾਂ ਆਪਣੇ ਮਸਜਿਦ ਵਗੈਰਾ ਗੁਰਦੁਆਰਿਆਂ ਦੇ ਵਿੱਚ ਆਮ ਦੇਖਣ ਨੂੰ ਮਿਲਦਾ। ਜਿਹੜਾ ਉਹ ਗੁੰਬਦ ਦਾ ਨਿਰਮਾਣ ਸੀਗਾ ਕਿਹਦੇ ਦੁਆਰਾ ਕਰਵਾਇਆ ਗਿਆ ਸੀਗਾ, ਤਾਂ ਤੁਸੀਂ ਜ਼ਰੂਰ ਯਾਦ ਰੱਖਣਾ ਜੀ, ਕੁਤਬਦੀਨ ਐਬਕ ਦੁਆਰਾ ਇਸ ਕਲਾ ਨੂੰ ਇੰਡੀਆ ਦੇ ਵਿੱਚ ਲੈ ਕੇ ਆਏ ਸੀਗੇ, ਠੀਕ ਹੈ। ਵੈਸੇ ਇਹ ਜਿਹੜੀ ਕਲਾ ਸੀਗੀ ਰੋਮ ਸਾਮਰਾਜ ਦੇ ਵਿੱਚ ਸੀ, ਰੋਮ ਸਾਮਰਾਜ ਦੇ ਵਿੱਚੋਂ ਅਰਬ ਦੇ ਵਿੱਚ ਆਈ, ਅਰਬ ਤੋਂ ਫਿਰ ਕੀ ਹੈ ਭਾਰਤ ਦੇ ਵਿੱਚ ਲੈ ਕੇ ਆਏ। ਤਾਂ ਬਸ ਤੁਸੀਂ ਇੰਨਾ ਕੁ ਯਾਦ ਰੱਖਣਾ ਕਿ ਸਭ ਤੋਂ ਪਹਿਲਾਂ ਜਿਹੜੇ ਗੁੰਬਦ ਦਾ ਨਿਰਮਾਣ ਕਿਸ ਦੁਆਰਾ ਕਰਵਾਇਆ ਗਿਆ ਭਾਰਤ ਦੇ ਵਿੱਚ, ਤਾਂ ਜ਼ਰੂਰ ਯਾਦ ਰੱਖਣਾ ਕੁਤਬਦੀਨ
ਐਬਕ ਦੁਆਰਾ। ਅੱਛਾ ਜੀ, ਉਸ ਤੋਂ ਬਾਅਦ ਹੈ ਮਹਿਰਾਬ ਨਿਰਮਾਣ। ਮਹਿਰਾਬ ਨਿਰਮਾਣ ਹੁੰਦਾ ਜੀ ਦਰਵਾਜ਼ੇ ਦੇ ਵਿੱਚ ਛੋਟੇ ਛੋਟੇ, ਫਿਰ ਉਦੋਂ ਛੋਟਾ ਦਰਵਾਜ਼ਾ, ਫਿਰ ਉਦੋਂ ਛੋਟਾ ਦਰਵਾਜ਼ਾ। ਆ ਦੇਖੋ ਤੁਹਾਨੂੰ ਡਾਇਰੈਕਸ਼ਨ ਵਾਈਜ਼, ਠੀਕ ਹੈ। ਫਿਰ ਇਹਦੇ ਵਿੱਚ ਇਦਾਂ ਦਾ, ਠੀਕ ਹੈ, ਉਹ ਇਦਾਂ ਪਿਕਚਰ ਦੇ ਵਿੱਚ ਤੁਹਾਨੂੰ ਬਣਾਇਆ ਹੋਇਆ। ਤਾਂ ਇਹ ਜਿਹੜਾ ਹੈਗਾ ਕਲਾ ਕੌਣ ਲੈ ਕੇ ਆਇਆ ਸੀਗਾ ਜੀ? ਕੁਤਬਦੀਨ ਐਬਕ ਲੈ ਕੇ ਆਇਆ ਸੀ। ਨੰਬਰ 2 ਤੇ ਦੇਖਦੇ ਹਾਂ ਜੀ, ਪਹਿਲੀ ਮਸਜਿਦ ਕੁਆਤਤ ਉਲ ਇਸਲਾਮ ਜੋ ਕਿ ਦਿੱਲੀ ਦੇ ਵਿੱਚ ਹੈ ਜੀ, ਅਤੇ ਅੜਾਈ ਦਿਨ ਕਾ ਝੋਪੜਾ ਜੋ ਕਿ ਅਜਮੇਰ ਦੇ ਵਿੱਚ ਹੈ। ਦੇਖੋ ਜ਼ਰੂਰ ਯਾਦ ਰੱਖਿਓ ਜੀ ਇਸ ਚੀਜ਼ ਨੂੰ, ਬਹੁਤ ਹੀ ਜ਼ਰੂਰੀ, ਯਾਦ ਇੰਪੋਰਟੈਂਟ ਨੇ ਆਪਣੇ ਵਾਸਤੇ। ਕੁਵਾਤਤ ਉਲ ਇਸਲਾਮ, ਕੁਵਾਤਤ ਉਲ ਇਸਲਾਮ ਜੋ ਕਿ ਦਿੱਲੀ ਦੇ ਵਿੱਚ ਹੈ, ਅਤੇ ਅੜਾਈ ਦਿਨ ਕਾ ਝੋਪੜਾ ਜੋ ਕਿ ਅਜਮੇਰ ਦੇ ਵਿੱਚ ਹੈ। ਆਹ ਤੁਹਾਡਾ ਅੜਾਈ ਦਿਨ ਕਾ ਝੋਪੜਾ ਜੀ, ਆਹ ਤੁਹਾਡੀ ਕੁਵਾਤਤ ਉਲ ਇਸਲਾਮ ਮਾਸਕੋ ਹੈ। ਇਹਨਾਂ ਕੁ ਯਾਦ ਰੱਖਿਓ, ਨੋਟ ਕਰ ਲਿਓ ਕਿ ਇਹਦੇ ਵਿੱਚ ਇਹ ਜਿਹੜੀ ਜਗ੍ਹਾ ਸੀਗੀ, ਜੈਨ ਟੈਂਪਲ ਅਤੇ ਵਿਸ਼ਨੂੰ ਮੰਦਿਰ ਸੀਗੇ, ਇਹਨਾਂ ਨੂੰ ਢਾਹ ਕੇ ਕੀ ਕਰਵਾਇਆ ਗਿਆ ਸੀਗਾ? ਇਹਨਾਂ ਦਾ ਨਿਰਮਾਣ ਕਰਵਾਇਆ ਗਿਆ ਸੀਗਾ ਕੁਤਬਦੀਨ ਐਬਕ ਦੁਆਰਾ। ਤਾਂ ਜ਼ਰੂਰ ਯਾਦ ਰੱਖਿਓ ਇਸ ਚੀਜ਼ ਨੂੰ ਜੀ, ਬਹੁਤ ਹੀ ਇੰਪੋਰਟੈਂਟ ਨੇ ਆਪਣੇ ਵਾਸਤੇ। ਉਸ ਤੋਂ ਬਾਅਦ ਗੱਲ ਹੁੰਦੀ ਹੈ ਜੀ ਆਪਣੀ ਜਿਹੜੀ ਕੁਤਬ ਮੀਨਾਰ ਦੀ। ਨੰਬਰ 3 ਤੇ ਜ਼ਰੂਰ ਦੇਖਿਓ, ਕੁਤਬ ਮੀਨਾਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਜੀ, ਠੀਕ ਹੈ ਜੀ। ਕੁਤਬ ਮੀਨਾਰ ਦਾ ਜਿਹੜਾ ਨਾਮ ਆ ਆਪਣੇ ਗੁਰੂ ਸੂਫੀ ਸੰਤ ਖਵਾਜਾ ਕੁਤਬਦੀਨ, ਸੂਫੀ ਸੰਤ ਕੁਤਬਦੀਨ ਖਵਾਜਾ ਬਖਤਿਆਰ ਕਾਕੀ ਦੇ ਨਾਮ ਤੇ ਰੱਖਿਆ ਸੀ। ਇਹ ਉਹਦਾ ਇੱਕ ਗੁਰੂ ਸੀਗਾ ਜੀ, ਠੀਕ ਹੈ ਜੀ, ਖਵਾਜਾ ਬਖਤਿਆਰ ਕਾਕੀ। ਉਹਨੂੰ ਹੀ ਇਸ ਬੰਦੇ ਨੇ ਡੈਡੀਕੇਟ ਕੀਤਾ ਸੀਗਾ, ਜਿਹੜਾ ਹੈਗਾ ਸੀਗਾ ਜੀ ਕੁਤਬ ਮੀਨਾਰ, ਆਪਣੇ ਗੁਰੂ ਨੂੰ ਡੈਡੀਕੇਟ ਕੀਤਾ ਸੀਗਾ। ਤਾਂ ਇਹਦੀ ਜਿਹੜੀ ਨੀਂਹ ਸੀਗੀ ਉਹ ਮੈਂ ਤੁਹਾਨੂੰ ਦੱਸ ਦਿੰਦਾ, 1199 ਏਡੀ ਦੇ ਵਿੱਚ ਜਿਹੜੀ ਹੈਗੀ ਹੈ ਇਹਦੀ ਨੀਂਹ ਰੱਖੀ ਗਈ ਸੀਗੀ ਜੀ। ਤਾਂ ਇਹਦਾ ਜਿਹੜਾ ਹੈਗਾ ਕੰਮ ਦੇਖੋ, ਅਲੱਗ-ਅਲੱਗ ਬੰਦਿਆਂ ਨੇ ਇਹਦਾ ਰਿਪੇਅਰ ਕੰਸਟਰਕਸ਼ਨ ਦਾ ਕੰਮ ਚਲਵਾਇਆ ਸੀਗਾ, ਕਰਵਾਇਆ ਵੀ ਹੈ, ਠੀਕ ਹੈ। ਉਹ ਮੈਂ ਤੁਹਾਨੂੰ ਦੱਸ ਦਿੰਦਾ, ਅੱਗੇ ਆਉਣ ਵਾਲੀਆਂ ਜਿਹੜੀਆਂ ਜਦੋਂ ਟੌਪਿਕ ਆਉਣਗੇ ਉਦੋਂ ਵੀ ਤੁਹਾਨੂੰ ਮੈਂ ਡਿਸਕਸ ਕਰ ਦਾਂਗਾ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਕੁਤਬ ਮੀਨਾਰ ਦੀ ਉਸਾਰੀ ਦਾ ਕੰਮ ਜੇ ਤੁਹਾਨੂੰ ਪੁੱਛਿਆ ਜਾਵੇ ਕਿਹਦੇ ਦੁਆਰਾ ਸ਼ੁਰੂ ਕੀਤਾ ਗਿਆ, ਤਾਂ ਇਹ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਜੀ ਕੁਤਬਦੀਨ ਐਬਕ ਦੁਆਰਾ ਸ਼ੁਰੂ ਕੀਤਾ ਗਿਆ ਸੀਗਾ। ਜਿਹੜੀ ਇਹਦੀ ਲੈਂਥ ਹੈ ਜੀ, ਠੀਕ ਹੈ, ਉਹ ਕਿੰਨੀ ਹੈ? ਜੇ ਤੁਹਾਨੂੰ ਮੀਟਰਾਂ ਦੇ ਵਿੱਚ ਪੁੱਛੀ ਜਾਵੇ 72.5 ਮੀਟਰ, ਜਿਹੜਾ ਬਣਦਾ ਹੈ ਜੀ 237 ਫੁੱਟ, 237 ਫੁੱਟ। ਜੇ ਇਹਦਾ ਘੇਰੇ ਦੀ ਗੱਲ ਕੀਤੀ ਜਾਵੇ ਜੀ, ਠੀਕ ਹੈ, ਡਾਇਮੀਟਰ ਦੀ ਗੱਲ ਕੀਤੀ ਜਾਵੇ ਤਾਂ ਡਾਇਮੀਟਰ ਹੈ ਜੀ 2.75 ਮੀਟਰ। ਅਤੇ ਜੇ ਤੁਹਾਨੂੰ ਫੁੱਟਾਂ ਦੇ ਵਿੱਚ ਪੁੱਛਿਆ ਜਾਵੇ ਤਾਂ ਬਣਦਾ ਜੀ 9 ਫੁੱਟ, ਬਣਦਾ ਜੀ 9 ਫੁੱਟ। ਜ਼ਰੂਰ ਯਾਦ ਰੱਖਿਓ ਜੀ, ਜੇ ਉਹਦੀ ਲੈਂਥ ਦੀ ਗੱਲ ਕਰਦੇ ਆ ਫੁੱਟਾਂ ਦੇ ਵਿੱਚ ਪੁੱਛਦੇ ਆ 237 ਫੁੱਟ, ਮੀਟਰਾਂ ਦੇ ਵਿੱਚ ਪੁੱਛਦੇ ਆ 72.5 ਮੀਟਰ, 72.5 ਮੀਟਰ, ਠੀਕ ਹੈ। ਚੌੜਾਈ ਜਿਹੜੀ ਹੈਗੀ ਹੈ 2.75 ਮੀਟਰ। ਜੇ ਉਹਦੀ ਚੌੜਾਈ ਦੀ ਲੰਬਾਈ ਪੁੱਛਦੇ ਆ ਤਾਂ 9 ਫੁੱਟ ਦੇ ਵਿੱਚ ਘੇਰਿਆ ਹੋਇਆ ਡਾਇਮੀਟਰ ਉਹਦਾ ਹੈਗਾ ਜੀ। ਜੇ ਤੁਹਾਨੂੰ ਪੁੱਛਿਆ ਜਾਵੇ, ਹੁਣ ਗੱਲ ਇਹ ਆ ਕਿ ਜਿਹੜੀਆਂ ਦੀਆਂ ਫਸਟ ਦੂਜੀ, ਦੇਖੋ ਪਹਿਲੀ ਮੰਜ਼ਿਲ ਕੁਤਬਦੀਨ ਐਬਕ ਦੁਆਰਾ, ਦੂਜੀ ਤੇ ਤੀਜੀ ਮੰਜ਼ਿਲ ਦੀ ਗੱਲ ਕੀਤੀ ਜਾਵੇ, ਦੂਜੀ ਤੀਜੀ ਤੇ ਚੌਥੀ ਮੰਜ਼ਿਲ ਦੀ ਗੱਲ ਕੀਤੀ ਜਾਵੇ ਤਾਂ ਕਿਹਨੇ ਬਣਾਈ ਸੀ? ਇਲਤੁਤਮਿਸ਼ ਨੇ। ਕਿਹੜੇ ਨੇ ਬਣਾਈ ਸੀ? ਇਲਤੁਤਮਿਸ਼ ਨੇ। ਇਲਤੁਤਮਿਸ਼ ਦੁਆਰਾ, ਠੀਕ ਹੈ। ਜ਼ਰੂਰ ਯਾਦ ਰੱਖਿਓ, ਦੂਜੀ ਤੀਜੀ ਅਤੇ ਚੌਥੀ ਮੰਜ਼ਿਲ ਦਾ ਨਿਰਮਾਣ ਜਿਹੜਾ ਹੈਗਾ ਇਲਤੁਤਮਿਸ਼ ਦੁਆਰਾ ਕਰਵਾਇਆ ਗਿਆ ਸੀਗਾ ਕੁਤਬ ਮੀਨਾਰ 'ਤੇ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਸੀ 1369 ਦੇ ਵਿੱਚ, 1369 ਦੇ ਵਿੱਚ ਕੁਤਬ ਮੀਨਾਰ ਦੀ ਬਿਜਲੀ ਡਿੱਗਣ ਕਾਰਨ ਭਾਈ, ਠੀਕ ਹੈ, ਫਿਰ ਜਿਹੜੀ ਹੈਗੀ ਹੈ ਡਿੱਗ ਗਿਆ। ਤਾਂ ਪੰਜਵੀਂ ਮੰਜ਼ਿਲ ਜਿਹੜੀ ਹੈਗੀ ਹੈ ਉਹ ਕਿਹਨੇ ਬਣਾਈ ਸੀ? ਤਾਂ ਉਹ ਬਣਾਈ ਸੀਗੀ ਜੀ ਫਿਰੋਜ਼ ਸ਼ਾਹ ਤੁਗਲਕ, ਫਿਰੋਜ਼ ਸ਼ਾਹ ਤੁਗਲਕ ਦੁਆਰਾ ਬਣਾਈ ਗਈ। ਉਸ ਤੋਂ ਬਾਅਦ ਦੇਖੋ ਜੀ ਅੱਗੇ 1505 ਦੇ ਵਿੱਚ ਭੁਚਾਲ ਆਉਣ ਕਾਰਨ ਕੁਤਬ ਮੀਨਾਰ ਫਿਰ ਡਿੱਗ ਗਿਆ ਜੀ। ਤਾਂ ਇਸ ਦਾ ਨਿਰਮਾਣ ਜਿਹੜਾ ਹੈਗਾ ਜੀ ਕਿਹਦੇ ਦੁਆਰਾ ਕਰਾਇਆ ਗਿਆ? ਸਿਕੰਦਰ ਲੋਧੀ ਦੁਆਰਾ, ਠੀਕ ਹੈ। 1505 ਹੈ ਇਹ, 1505 ਦੇ ਵਿੱਚ, ਠੀਕ ਹੈ। ਭੁਚਾਲ ਆਉਣ ਕਾਰਨ ਜਿਹੜੀ ਇਹਦੀ ਇਮਾਰਤ ਫੇਰ ਡਿੱਗ ਗਈ। ਤਾਂ ਇਹਦਾ ਨਿਰਮਾਣ ਜਿਹੜਾ ਹੈਗਾ ਕਿਹਦੇ ਦੁਆਰਾ ਕਰਵਾਇਆ ਗਿਆ? ਸਿਕੰਦਰ ਲੋਧੀ ਦੁਆਰਾ ਕਰਵਾਇਆ ਗਿਆ। ਉਸ ਤੋਂ ਬਾਅਦ ਇੱਕ ਹੋਰ ਬੰਦਾ ਸੀਗਾ ਜੀ, ਠੀਕ ਹੈ। 1803 ਦੇ ਵਿੱਚ ਜੀ ਗੱਲ ਕਰੀ ਜਾਵੇ, ਤੁਹਾਨੂੰ ਪੁੱਛ ਲਿਆ ਜਾਵੇ ਤਾਂ 1803 ਦੇ ਵਿੱਚ ਇਹਦਾ ਜਿਹੜਾ ਹੈਗਾ ਨਿਰਮਾਣ ਰਿਪੇਅਰ ਕੌਣ ਕਰਾਉਂਦਾ ਹੈ?
ਸਮਿਥ ਦੁਆਰਾ, ਰੋਬਰਟ ਸਮਿਥ ਦੁਆਰਾ ਇਹਦਾ ਜਿਹੜਾ ਹੈਗਾ ਨਿਰਮਾਣ ਦੁਬਾਰਾ ਜਾਂ ਰਿਪਲੇਸ ਕਰਵਾਇਆ ਜਾਂਦਾ ਹੈ। ਤਾਂ ਇਸ ਦੇ ਉੱਪਰ ਜਿਹੜਾ ਕੁਤਬ ਮੀਨਾਰ ਦੇ ਉੱਪਰ ਲਾਲ, ਪੀਲੇ ਅਤੇ ਨੀਲੇ ਪੱਥਰਾਂ ਦਾ ਨਿਰਮਾਣ ਰੋਬਰਟ ਸਮਿਥ ਦੁਆਰਾ ਹੀ ਕਰਵਾਇਆ ਗਿਆ ਸੀਗਾ। ਤਾਂ ਉਸ ਤੋਂ ਬਾਅਦ ਇੱਕ ਹੋਰ ਪੁਆਇੰਟ ਨੋਟ ਕਰ ਲਓ ਕਿ 1993 ਦੇ ਵਿੱਚ, ਠੀਕ ਹੈ, ਯੂਨੈਸਕੋ ਨੇ ਇਸ ਨੂੰ ਵਰਲਡ ਹੈਰੀਟੇਜ ਸਾਈਟ ਘੋਸ਼ਿਤ ਕਰ ਦਿੱਤਾ ਗਿਆ। ਕੁਤਬ ਮੀਨਾਰ ਨੂੰ 1993 ਵਿੱਚ ਯੂਨੈਸਕੋ ਨੇ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਘੋਸ਼ਿਤ ਕਰ ਦਿੱਤਾ ਗਿਆ। ਇਹ ਸੀਗਾ ਅੱਜ ਦਾ ਆਪਣਾ ਸੈਸ਼ਨ। ਆਈ ਹੋਪ ਕਿ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ। ਆਪਣੇ ਕਮੈਂਟ ਜ਼ਰੂਰ ਕਰਿਆ ਕਰੋ, ਜੇਕਰ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਸਾਡੇ ਦੇ ਵਿੱਚ ਤਾਂ ਉਹ ਜ਼ਰੂਰ ਹੈਗਾ, ਕਮੈਂਟਾਂ ਰਾਹੀਂ ਆਪਣਾ ਜ਼ਰੂਰ ਦੱਸਿਓ, ਠੀਕ ਹੈ। ਸਾਨੂੰ ਵੀ ਪਤਾ ਲੱਗਦਾ ਰਹੇ, ਅਸੀਂ ਆਪਣੀ ਵੀਡੀਓ ਨੂੰ ਹੋਰ ਵੀ ਇੰਪਰੂਵ ਕਰੀਏ। ਅਤੇ ਇੱਕ ਤੁਹਾਨੂੰ ਰਿਕੁਐਸਟ ਹੈ, ਹੰਬਲ ਰਿਕੁਐਸਟ ਹੈ ਕਿ ਇਸ ਸੈਸ਼ਨ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ। ਜਿੰਨੇ ਵੀ ਪੰਜਾਬ ਪੁਲਿਸ, ਪੰਜਾਬ ਪਟਵਾਰੀ ਅਤੇ ਨਰਸਰੀ ਟੀਚਰ ਟ੍ਰੇਨਿੰਗ ਜਿਹੜਾ ਹੁਣ ਪੇਪਰ ਆ ਰਿਹਾ, ਉਹਨਾਂ ਦੀ ਤਿਆਰੀ, ਪੰਜਾਬ ਦੇ ਜਿੰਨੇ ਵੀ ਪੇਪਰਾਂ ਦੀ ਤਿਆਰੀ ਕਰ ਰਹੇ ਨੇ, ਉਹਨਾਂ ਵਾਸਤੇ ਬਹੁਤ ਹੀ ਸਫੀਸ਼ੈਂਟ ਵੀਡੀਓ ਲੈ ਕੇ ਅਸੀਂ ਆਉਂਦੇ ਹਾਂ। ਤਾਂ ਜ਼ਰੂਰ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਓਕੇ ਜੀ, ਥੈਂਕ ਯੂ, ਧੰਨਵਾਦ।